ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਤਸਰੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਹਨ। ਇੱਕ ਵਿਜੈ ਰਾਮ ਪੰਡਤ ਜੋ ਬੜਾ ਭਾਰੀ ਵਿਦਵਾਨ ਵੇਦ ਵਿਦਿਆ ਵਿੱਚ ਨਿਪੁੰਨ ਸੀ, ਗੁਰੂ ਘਰ ਦਾ ਜਸ ਸੁਣ ਕੇ ਕਾਸ਼ੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਹੈ। ਸਤਿਗੁਰੂ ਜੀ ਮਹਾਰਾਜ ਦੇ ਦਰਸ਼ਨ ਕਰਕੇ ਸ਼ਰਧਾ ਹੋਰ ਵੀ ਵਧੇਰੇ ਹੋ ਗਈ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਲੀਖ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਮਸੀਹ। ਹਰ ਨਾਮੋ ਮੰਤਰ ਦ੍ਰਿੜਾਇਂਦਾ ਨਾਨਕ ਸਤਿਗੁਰ ਤਨਾ ਮਿਲਾਇਆ ਜਿਨ ਤੁਝੇ ਹੋਇਆ ਸੰਜੋਗ। ਭਾਵ ਜਿਸ ਪ੍ਰਕਾਰ ਗੁਰਾਂ ਨੂੰ ਸੁਣਿਆ ਸੀ ਉਸ ਤੋਂ ਵੀ ਵੱਧ ਆਪਣੇ ਪ੍ਰਤੱਖ ਨੇਤਰਾਂ ਨਾਲ ਮਹਾਰਾਜ ਨੂੰ ਦੇਖ ਲਿਆ। ਹੁਣ ਮਨ ਵਿੱਚ ਪ੍ਰਸ਼ਨ ਕਰਨ ਦੀ ਇੱਛਾ ਪੈਦਾ ਹੋਈ ਤੇ ਸਤਿਗੁਰਾਂ ਨੂੰ ਪੁੱਛਣ ਲੱਗਾ ਕਿ ਸਤਿਗੁਰੂ ਜੀ, ਸਾਡੇ ਹਿੰਦੂ ਮਤ ਵਿੱਚ ਕਾਸ਼ੀ ਅਸਥਾਨ ਆਦਿਕ ਅਸਥਾਨਾਂ ਦੇ ਮਰੇ ਪ੍ਰਾਣੀ ਦੇ ਨਿਮਿਤ ਅੰਤਮ ਕਿਰਿਆ ਦੇ ਵਿੱਚ ਗਰਭ ਪੁਰਾਣ ਦਾ ਪਾਠ ਤੇ ਕਥਾ ਕੀਤੀ ਜਾਂਦੀ ਹੈ, ਜਿਸ ਵਿੱਚ ਨਰਕਾਂ ਦੇ ਦੁੱਖਾਂ ਦੀ ਬਾਬਤ ਦੱਸਿਆ ਹੋਇਆ ਹੈ, ਜਿਸ ਨੂੰ ਸੁਣ ਕੇ ਤੇ ਸੰਸਾਰੀ ਲੋਕਾਂ ਨੂੰ ਨਰਕਾਂ ਦੇ ਦੁੱਖਾਂ ਦੀ ਜਾਣਕਾਰੀ ਦੇ ਕੇ ਔਗਣ ਕਰਨ ਵੱਲੋਂ ਭੈ ਦਿੱਤਾ ਜਾਂਦਾ ਹੈ, ਤਾਂ ਜੋ ਜੀਵ ਔਗਣ ਕਰਨ ਤੋਂ ਬਚ ਜਾਣ ਤੇ ਦੂਜਾ ਮ੍ਰਿਤਕ ਪ੍ਰਾਣੀ ਦੀ ਆਤਮਾ ਨੂੰ ਵੀ ਉਸ ਦਾ ਫਲ ਮਿਲਦਾ ਹੈ। ਜੇ ਮ੍ਰਿਤਕ ਪ੍ਰਾਣੀ ਸੁਧਰ ਹੋਵੇ ਤਾਂ ਉਸਦੀ ਗਤੀ 30 ਦਿਨਾਂ ਬਾਅਦ, ਵੈਸ਼ ਦੀ 17 ਦਿਨਾਂ ਬਾਅਦ, ਛਤਰੀ ਦੀ 13 ਦਿਨਾਂ ਬਾਅਦ ਤੇ ਬ੍ਰਾਹਮਣ ਦੀ 12 ਦਿਨਾਂ ਬਾਅਦ ਗਤੀ ਹੁੰਦੀ ਹੈ। ਕਿਉਂਕਿ ਜਾਤ ਦੇ ਆਧਾਰ ਤੇ ਅਪਵਿੱਤਰਤਾ ਤੋਂ ਪਵਿੱਤਰ ਹੋਣ ਦਾ ਸਮਾਂ ਨਿਸ਼ਚਿਤ ਹੋਇਆ ਹੈ। ਤੁਹਾਡੇ ਸਿੱਖਾਂ ਨੂੰ ਨਾ ਬ੍ਰਾਹਮਣ, ਨਾ ਛਤਰੀ, ਨਾ ਵੈਸ਼ ਤੇ ਨਾ ਹੀ ਸ਼ੂਦਰ ਕਿਹਾ ਜਾ ਸਕਦਾ ਹੈ, ਕਿਉਂਕਿ ਸਿੱਖਾਂ ਵਿੱਚ ਸਾਰੇ ਰਲੇ ਮਿਲੇ ਹੋਏ ਨੇ। ਇਹਨਾਂ ਦੀ ਗਤੀ ਕਿਵੇਂ ਹੁੰਦੀ ਹੈ? ਜਿਵੇਂ ਸਾਡੇ ਹਿੰਦੂ ਮਤ ਦੇ ਵਿੱਚ ਮਰੇ ਪ੍ਰਾਣੀ ਦੀ ਗਤੀ ਲਈ ਤਾਂ ਗਰੜ ਪੁਰਾਣ ਦੀ ਕਥਾ ਮੰਨੀ ਹੈ। ਤੁਸੀਂ ਆਪਣੇ ਸਿੱਖਾਂ ਦੇ ਕਲਿਆਣ ਲਈ ਕੀ ਸਾਧਨ ਮੰਨਿਆ ਹੈ ਅਤੇ ਮਰਨ ਤੋਂ ਬਾਅਦ ਅਪਵਿੱਤਰਤਾ ਤੋਂ ਪਵਿੱਤਰ ਹੋਣ ਲਈ ਕਿਤਨੇ ਦਿਨਾਂ ਦਾ ਸਮਾਂ ਨਿਸ਼ਚਿਤ ਕੀਤਾ ਹੈ? ਕਿਉਂਕਿ ਬ੍ਰਾਹਮਣ ਦੇ ਵਿੱਚ ਜਨਮ ਸਮੇਂ ਸੂਤਕ ਤੇ ਮਰਨ ਸਮੇਂ ਪਾਤਕ ਦਾ ਨਾਮ ਦੇ ਕੇ ਅਪਵਿੱਤਰਤਾ ਮੰਨੀ ਹੈ, ਜਿਸ ਦੇ ਵਰਣਨ ਦੀ ਵੰਡ ਅਨੁਸਾਰ ਦਿਨ ਘੱਟ ਵੱਧ ਨਿਸ਼ਚਿਤ ਕੀਤੇ ਹਨ। ਤਾਂ ਸਤਿਗੁਰੂ ਜੀ ਮਹਾਰਾਜ ਨੇ ਇਹਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਤੁਹਾਡੇ ਮਤ ਵਿੱਚ ਜਿਹੜਾ ਮਨੁੱਖ ਨੂੰ 4 ਥਾਂ ਤੇ ਵੰਡਿਆ ਗਿਆ ਹੈ, ਅਸੀਂ ਸਾਰਿਆਂ ਨੂੰ ਬਰਾਬਰ ਦਾ ਦਰਜਾ ਦੇਣ ਦਾ ਵਿਸ਼ਵਾਸ ਰੱਖਦੇ ਹਾਂ। ਸਿੱਖਾਂ ਨੂੰ ਸਾਰਿਆਂ ਨੂੰ ਪਵਿੱਤਰ ਸਮਝ ਕੇ 10 ਦਿਨ ਦੀ ਬਾਅਦ ਦੁਸਹਿਰਾ ਮਨਾਉਣ ਦੀ ਆਗਿਆ ਦਿੱਤੀ ਹੈ ਤੇ ਗਤੀ ਲਈ ਸਭ ਤੋਂ ਉੱਤਮ ਕਰਮ ਪਰਮੇਸ਼ਰ ਦਾ ਨਾਮ ਹੀ ਹੈ। ਪਰ ਜੇ ਗੁਰਸਿੱਖਾਂ ਨੇ ਕਥਾ ਦਾ ਵੀ ਲਾਭ ਲੈਣਾ ਹੋਵੇ ਤਾਂ ਮਰੇ ਪ੍ਰਾਣੀ ਦੇ ਨਿਮਿਤ ਇਹ ਜੈਸਰੀ ਦੀ ਵਾਰ ਦੇ 2-2 ਸ਼ਲੋਕਾਂ ਦੀ ਰੋਜ਼ਾਨਾ ਕਥਾ ਕਰਕੇ 10ਵੇਂ ਦਿਨ ਭੋਗ ਪਾਵੇ।
ਇਉਂ ਕਰਨ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਤੇ ਛੁੱਟ ਜਾਵੇਗਾ, ਕਿਉਂਕਿ ਬਾਣੀ ਨਾਮ ਰੂਪ ਹੈ। ਇਸ ਬਾਣੀ ਦਾ ਪਾਠ ਕੀਰਤਨ ਤੇ ਕਥਾ ਕਰਦਿਆਂ ਲਾਭ ਹੀ ਲਾਭ ਪ੍ਰਾਪਤ ਹੁੰਦਾ ਹੈ। ਸਿੱਖ ਮ੍ਰਿਤਕ ਪ੍ਰਾਣੀ ਦੇ ਨਿਮਿਤ ਬਾਣੀ ਦਾ ਪਾਠ ਕੀਰਤਨ ਤੇ ਕਥਾ ਕਰਦੇ ਹਨ। ਇਹੀ ਸਿੱਖਾਂ ਨੂੰ ਸਾਡੀ ਆਗਿਆ ਹੈ। ਇੰਜ ਇਹ ਸ਼ਬਦ ਦੀ ਇਹ ਵਾਰ ਦੀ ਉਥਾਨਕ ਹੈ। ਇਹ ਵਿਜੇ ਰਾਮ ਪੰਡਤ ਦੇ ਕਹਿਣ ਤੋਂ ਗੁਰੂ ਜੀ ਮਹਾਰਾਜ ਨੇ ਇਹ ਜੈਸੇ ਦੀ ਵਾਰ ਉਚਾਰਨ ਕੀਤੀ। ਸੋ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰ ਰਹੇ ਹਨ। ਸ੍ਰੀ ਰਾਗਣੀ ਦੇ ਵਿੱਚ ਮਹੱਲਾ ਪੰਜਵਾਂ, ਪੰਜਵੇਂ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਪਾਂਵ ਨੂੰ ਮੁਖਾਰ ਦੇਣ ਤੋਂ ਇਹ ਵਾਰ ਉਚਾਰਨ ਕਰਦੇ ਨੇ। ਵਾਰ ਨਾਮ ਹੈ ਪੌੜੀਆਂ ਦਾ। ਵਾਰਾਂ ਅਸਲ 'ਚ ਪੌੜੀਆਂ ਹੀ ਹੁੰਦੀਆਂ ਸਨ, ਪਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਵਾਰਾਂ ਦਰਜ ਹਨ, ਇਹ ਸਤਿਗੁਰੂ ਜੀ ਨੇ ਸ਼ਲੋਕ ਤੇ ਮਹੱਲੇ ਨਾਲ ਲਿਖੀਆਂ ਹਨ। ਵਾਰ ਸ਼ਲੋਕਾਂ ਨਾਲ। ਇਸ ਵਾਰ ਵਿੱਚ ਸ਼ਲੋਕ, ਮਹੱਲੇ ਤੇ ਪੌੜੀਆਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਹੋਣਗੀਆਂ। ਇਹ ਸ਼ਲੋਕਾਂ ਦੇ ਨਾਲ ਵਾਰ ਉਚਾਰੀ ਹੈ। ਕਈ ਵਾਰਾਂ ਵਿੱਚ ਸ਼ਲੋਕ ਦੇ ਮਹੱਲੇ ਤੋਂ ਬਿਨਾਂ ਪੌੜੀਆਂ ਵਿੱਚ ਹੀ ਉਚਾਰਨ ਹੋਈ ਹੈ। ਜਿਵੇਂ ਰਾਮਕਲੀ ਦੀ ਤੀਜੀ ਵਾਰ ਸੱਤੇ ਬਲਵੰਡੇ ਦੀ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋ ਕੀਮਤ ਦੇ ਗੁਣਾ ਸਦ ਭੈਣ ਪ੍ਰਾਪਤ ਹੈ, ਪਰੰਗ ਦਾਨ ਪੜੀਵਦ ਨਾਨਕ ਰਾਜ ਹੈ ਸੱਚ ਕੋੜ ਸਥਾਨੀ ਨੀਂਦ। ਬਸੰਤ ਕੀ ਵਾਰ ਮਹਲ ਪੰਜਵਾਂ, ਹਰ ਕਾ ਨਾਮ ਧਿਆਇਕ ਉਹ ਹਰਿਆ ਭਾਈ, ਕਰਮ ਲਖਨ ਦੇ ਪਾਈਆ ਇਹ ਰੁੱਤ ਸੁਹਾਈ। ਇਸ ਸ਼ਲੋਕ ਦੇ ਮਹੱਲਿਆਂ ਤੋਂ ਬਗੈਰ ਨੇ 2 ਵਾਰ। ਬਾਕੀ ਜਿਹੜੀਆਂ 20 ਦੀਆਂ 20 ਵਾਰਾਂ ਹਨ, ਉਹਨਾਂ ਨਾਲ ਸ਼ਲੋਕ ਵੀ ਹਨ ਤੇ ਮਹੱਲੇ ਵੀ ਹਨ। ਇਹ ਜਿਹੜੀ ਜੈਸਰੀ ਦੀ ਵਾਰ ਹੈ, ਇਹ ਵੀ ਸ਼ਲੋਕਾਂ ਦੇ ਨਾਲ ਹੈ। ਇੱਕ ਓੰਕਾਰ। ਪਹਿਲਾਂ ਸਤਿਗੁਰੂ ਜੀ ਮਹਾਰਾਜ ਜੀ ਨੇ ਵਸਤੂ ਨਿਰਦੇਸ਼ ਮੰਗਲ ਕੀਤਾ ਹੈ। ਜਦੋਂ ਵੀ ਚੈਪਟਰ ਬਦਲਦੇ ਨੇ, ਨਵਾਂ ਪ੍ਰਕਰਨ ਪ੍ਰਾਰੰਭ ਕਰਦੇ ਹਨ, ਤਾਂ ਇਹ ਬੀਜ ਮੰਤਰ ਉਚਾਰਨ ਕਰਕੇ ਵਸਤੂ ਨਿਰਦੇਸ਼ ਮੰਗਲ ਜ਼ਰੂਰ ਕਰਦੇ ਨੇ। ਇੱਕ ਅਦਵੈਸਰੂ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤਿਗੁਰਾਂ ਦੇ ਮਹਾਰਾਜ ਕਹਿੰਦੇ ਨੇ ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਸਾਹਿਬ ਜਾਂ ਸੰਧਿਆ ਜਾਂ ਸਹਿਜ ਪਾਠ ਆਰੰਭ ਹੋਵੇ, ਤਾਂ ਇਸੇ ਹੀ ਸ਼ਬਦ ਤੇ ਪਾਠ ਹੋਣ ਤੋਂ ਕੜਾ ਪ੍ਰਸ਼ਾਦ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਲਿਆ ਕੇ ਅਰਦਾਸ ਕਰਕੇ ਭੋਗ ਲਵਾਇਆ ਜਾਂਦਾ ਹੈ। ਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਰੰਭ ਕੀਤੀ ਹੋਈ ਇਸ ਵਾਰ ਤੇ ਆਵੇ, ਤਾਂ ਅਖੰਡ ਪਾਠ ਸਾਹਿਬ ਕਰਕੇ ਕੜਾ ਪ੍ਰਸ਼ਾਦ ਤਿਆਰ ਕਰਕੇ ਅਰਦਾਸ ਕੀਤੀ ਜਾਂਦੀ ਹੈ। ਐਸੀ ਮਰਿਆਦਾ ਪ੍ਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ। ਅਣਜਾਣ ਪਾਠੀ ਜਾਂ ਤਾਂ ਪਹਿਲਾਂ ਹੀ ਅਰਦਾਸ ਆਰੰਭ ਕਰ ਲੈਂਦੇ ਨੇ, ਕਿਉਂਕਿ ਕਈ ਅਖੰਡ ਪਾਠ ਹੁੰਦੇ ਨੇ, ਇੱਕੋ ਹੀ ਬੰਦਾ ਹੁੰਦਾ ਅਰਦਾਸਾਂ ਲਈ। ਪ੍ਰੇਮੀ ਕਈ ਵਾਰ ਉਡੀਕਦੇ ਰਹਿੰਦੇ ਨੇ, ਮੱਧ ਜਾਂ ਤਾਂ ਲੰਘਾ ਦਿੰਦੇ ਨੇ ਜਾਂ ਪਹਿਲਾਂ ਹੀ ਲਾ ਦਿੰਦੇ ਨੇ। ਕਈਆਂ ਤੋਂ ਮੈਂ ਸੁਣਿਆ ਵੀ ਜੈਸਰੀ ਰਾਗ ਆਰੰਭ ਹੁੰਦਿਆਂ ਸਾਰੀ ਮੱਧ ਲਾ ਸਕੀਦਾ ਹੈ, ਪਰ ਇੰਜ ਨਹੀਂ ਹੈ। ਜੋ ਗੁਰਬਾਣੀ ਪਾਠ ਦਰਪਣ ਦੇ ਵਿੱਚ ਮਹਾਂਪੁਰਖਾਂ ਨੇ ਲਿਖਿਆ ਹੈ, ਜਦੋਂ ਪਾਠੀ ਦੇ ਮੂੰਹ ਦੇ ਵਿੱਚ ਪੰਕਤੀ ਹੋਵੇ ਆਦਿ ਪੂਰਨ ਮੱਧ ਪੂਰਨ ਕਹੇ, ਉਦੋਂ ਤੂੰ ਠਾਕੁਰ ਨੂੰ ਨਹੀਂ ਕਹਿਣਾ ਹੈ, ਤੂੰ ਅੱਗੇ ਅਰਦਾਸ ਨੂੰ ਨਹੀਂ ਕਹਿਣਾ ਹੈ। ਉਹ ਰਾਮਕਲੀ ਮਹੱਲਾ ਤੀਜਾ ਪਹਿਲਾਂ ਹੀ ਪੜ੍ਹ ਲਵੇ, ਸਿੱਧੀ ਅਰਦਾਸ
खड़े पहले ही कर लए संगतां नूं तो सीधी एक ओंकार श्री वाहिगुरू जी की फतेह तो ही अरदास शुरू करे। ये पुरातन पंथक मर्यादा है। ते अरदास समाप्त होंदियां सार फतेह बुला के मुड़ के दोहरा ना पड़े, क्योंकि श्री अखंड पाठ साहिब चलते दौरान जो सीमत अरदास करनी हुई है तो ना तू ठाकुर वाला शब्द पढ़े ते ना ही दोहरा पढ़े, केवल अरदास करके फतेह बुला के जयकारा छड़ दिता जाए। संत ज्ञानी गुरबचन सिंह जी के विद्यार्थी बाबा नाथ सिंह जी ने रागमाला नूं एक शब्द मन के रागमाला समेत सारे शब्द गिने सन। तो उस गिनती के आधार पर भी जिहड़ा मत है आदि पूर्ण वाले श्लोक से ही सिद्ध होया। ज्ञानी नाथ सिंह रोपड़ के नज़दीक शायद किते रहिंदे हन। काफ़ी 15-20 साल होए उन्होंने दर्शन होए सन। प्रचार भी बड़ा सुंदर करते हैं। उंज अंगां के हिसाब के नाल तां 715 अंग के मत आउंदा है, क्योंकि 1430 अंगां का गुरु ग्रंथ साहिब है। ते अंगां के हिसाब नाल 715 ते मत आउंदा है। पर जे इस सवाल का उत्तर लेना होवे तां इंज बेनती है कि जो 1430 अंगां वाला महाराज बनाया ये पातशाही स्वरूप श्रोमणी कमेटी ने नियत करके अंग फिक्स कर दिते। जदों दा कंप्यूटर छापा आया, जिहड़ा पहले छापे हुंदे सी हथ लिखत या पत्थर के छापे, उन्हां दे विच हथ नाल लिखदियां होया अखर ते पत्तरे वध घट जाते सन। पुरातन जिहड़े हथ लिख स्वरूप ने उन्हां दे कई पत्तरे हन, वध भी ने घट भी ने। तो इसलिए अखरां की गिनती के हिसाब के नाल इत्थे ही मध की अरदास आउंदी है, मध इत्थे ही लगता है। सो ये मध वाला शब्द सतगुरु जी उच्चारण करते हैं। हे सतगुरु जी, तुहाडे रचे हुए श्री गुरु ग्रंथ साहिब के विच की कुछ कथन है, आप कृपा करके दसो। तो सतगुरु जी उच्चार रहे हैं। सतगुर प्रसाद सतगुरु जी कृपा के नाल एक ओंकार की प्राप्ति हुंदी है। शब्द आरंभ करते हैं। श्लोक स्वैलोक की प्राप्ति कराउण वाली का नाम श्लोक है। श्लोक छंद का नाम है। आद पूर्ण मद पूर्ण। ये भाई श्री गुरु ग्रंथ साहिब जी के आदि प्रारंभ के विच भी व्यापक परमेश्वर का कथन किया होया है, अति मध विचकार भी व्यापक परमेश्वर का ही कथन करते हैं। अंत पूर्ण परमेश्वर है। अति अंत अखीर विच बाणी की संपूर्णता का भोग पावांगे, उदों भी पूर्ण व्यापक परमेश्वर का ही कथन करांगे। इसी प्रकार आद पूर्ण मद पूर्ण। सारी जगत के आदि आरंभ दे विच भी पूर्ण परमेश्वर व्यापक है, अते विचकारले भाव वर्तमान समय विच भी पूर्ण परमेश्वर व्यापक है। अंत पूर्ण परमेश्वर है। अति अंत भाव विकट समय विच सृष्टि के खत्म हो जाने ते भी परमेश्वर पूर्ण व्यापक रहेगा। आद सच जुगाद सच है भी सच, नानक होसी भी सच। इसी प्रकार आद पूर्ण मद पूर्ण। आदि विच पूर्ण परमेश्वर अधिष्ठान स्वरूप है,
ਤੇ ਮੱਧ ਵਿੱਚ ਪੂਰਨ ਵਿਆਪਕ ਹੈ। ਅੰਤ ਪੂਰਨ ਪਰਮੇਸ਼ਰ ਹੈ। ਅਤੇ ਅੰਤ ਵਿੱਚ ਪੂਰਨ ਪਰਮੇਸ਼ਰ ਸਿਧਾਂਤ ਰੂਪ ਦੇ ਵਿੱਚ ਹੋਵੇਗਾ। ਇਸੇ ਪ੍ਰਕਾਰ ਆਦ ਪੂਰਨ ਮਤ ਪੂਰਨ ਜਦੋਂ ਆਰੰਭ ਵੇਲੇ ਅਭਿਆਕ੍ਰਿਤ ਸਕੋਪਤ ਅਵਸਥਾ ਦਾ ਅਭਿਮਾਨੀ ਭਾਵ ਈਸ਼ਵਰ ਗੁਣਾ ਨਹੀਂ ਬਣਿਆ ਸੀ, ਉਦੋਂ ਦੇ ਵਿੱਚ ਵੀ ਪਰਮੇਸ਼ਰ ਪਰਿਪੂਰਨ ਸੀ। ਜਦੋਂ ਹੁਣ ਮੱਧ ਦੇ ਵਿੱਚ ਹਿਰਨ ਗਰਭ ਸੁਪਨ ਅਵਸਥਾ ਦਾ ਅਭਿਮਾਨੀ ਹੈ ਤਾਂ ਵੀ ਪਰਮੇਸ਼ਰ ਪਰਿਪੂਰਨ ਹੈ। ਅੰਤ ਪੂਰਨ ਪਰਮੇਸ਼ਰ ਹੈ। ਅਤੇ ਜਦੋਂ ਬ੍ਰਹਮੰਡਾਂ ਦੀ ਜਾਗਰਤ ਅਵਸਥਾ ਅਭਿਮਾਨੀ ਵਿਰਾਟ ਆਦਿਕਾਂ ਦਾ ਅੰਤ ਹੋਵੇਗਾ, ਉਦੋਂ ਵੀ ਪਰਮੇਸ਼ਰ ਪਰਿਪੂਰਨ ਰਹੇਗਾ। ਜਲ ਥਨ ਮਹੀਲ ਪੂਰਿਆ ਸੁਆਮੀ ਸਿਰਜਣਹਾਰ ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਆਦ ਪੂਰਨ ਮਤ ਪੂਰਨ ਇਸੇ ਪ੍ਰਕਾਰ ਪੰਜਵੇਂ ਅਰਥ ਵਿੱਚ ਬਖਸ਼ਿਸ਼ ਕਰਦੇ ਨੇ ਕਿ ਸਰੀਰ ਦੇ ਆਦ ਆਰੰਭ ਦੇ ਵਿੱਚ ਭਾਵ ਸਾਡੇ ਜੰਮਣ ਵੇਲੇ ਵੀ ਪਰਮੇਸ਼ਰ ਪਰਿਪੂਰਨ ਸੀ। ਮੱਧ ਭਾਵ ਜਵਾਨੀ ਅਵਸਥਾ ਵਿੱਚ ਵੀ ਪਰਮੇਸ਼ਰ ਪਰਿਪੂਰਨ ਹੈ। ਅੰਤ ਪੂਰਨ ਪਰਮੇਸ਼ਰ ਹੈ। ਅਤੇ ਜਦੋਂ ਸਰੀਰ ਦੀ ਸਮਾਪਤੀ ਹੋਵੇਗੀ ਤਾਂ ਸਮਾਪਤੀ ਵੇਲੇ ਵੀ ਪਰਮੇਸ਼ਰ ਪਰਿਪੂਰਨ ਰਹੇਗਾ। ਆਦ ਪੂਰਨ ਮਤ ਪੂਰਨ ਇਸੇ ਪ੍ਰਕਾਰ ਛੇਵੇਂ ਅਰਥ ਵਿੱਚ ਆਦ ਵਿੱਚ ਸਰਵਣ ਕਰਨ ਵੇਲੇ ਵੀ ਪੂਰਨ ਪਰਮੇਸ਼ਰ ਨੂੰ ਸਮਝੋ। ਯਾਨੀ ਜਦ ਹੁਣ ਅਸੀਂ ਕਥਾ ਜਾਂ ਕੀਰਤਨ ਜਾਂ ਗੁਰਬਾਣੀ ਸਰਵਣ ਕਰ ਰਹੇ ਹਾਂ ਤੇ ਧਿਆਨ ਪ੍ਰਮਾਤਮਾ ਵੱਲ ਰੱਖੋ, ਕਿਉਂਕਿ ਇਹ ਜਿਹੜੀ ਕਥਾ ਹੈ ਅਕਥ ਦੀ ਕਥਾ ਹੈ, ਪ੍ਰਭੂ ਦੀ ਕਥਾ ਹੈ। ਜਿਹੜੀਆਂ ਅਸੀਂ ਗਿਆਨੀ ਦੀ ਕਿਤਾਬ ਦੇ ਵਿੱਚ ਆਪਾਂ ਨੂੰ ਪ੍ਰਭਾਤ ਗਿਆਨੀ ਗਾਈਡ ਲੱਗੀ ਸੀ, ਪਟਿਆਲਾ ਯੂਨੀਵਰਸਿਟੀ ਤੋਂ ਮੈਂ ਪੇਪਰ ਦਿੱਤੇ ਨੇ, ਉਹ 'ਚ ਗਿਆਨੀਆਂ ਵਾਲੀ ਗੱਲ ਕੋਈ ਨਹੀਂ ਵੈਸੇ ਮੈਨੂੰ ਲੱਭੀ। ਐਵੇਂ ਝੂਠ ਨਹੀਂ ਬੋਲਣਾ, ਨਿੰਦਿਆ ਵੀ ਕੋਈ ਨਹੀਂ। ਉਹ 'ਚ ਹੀਰ ਰਾਂਝੇ ਦੇ ਕਿੱਸੇ, ਲੈਲਾ ਮਜਨੂ ਦਾ ਕਿੱਸਾ, ਸੋਹਣੀ ਮਹੀਵਾਲ ਦੀਆਂ ਕਹਾਣੀਆਂ, ਸੱਸੀ ਪੁੰਨੂ ਦਾ ਕਿੱਸਾ, ਸਰਦਾਰ ਸੁਜਾਨ ਸਿੰਘ ਦੀਆਂ ਲਿਖੀਆਂ ਕਹਾਣੀਆਂ, ਪਤਾ ਨਹੀਂ ਮੈਂ ਕਿੰਨੇ ਰਜਿਸਟਰ ਪੜ੍ਹੇ। ਤੇ ਆਹ ਨਾਟਕ ਸੀਗੇ, ਇੱਕ ਨਾਮੀ ਪਾਤਸ਼ਾਹ ਦਾ ਸ਼ਹੀਦੀ ਦਾ ਨਾਟਕ ਵੀ ਸੀਗਾ, ਇੱਕ ਕਵਿਤਾ ਦਾ ਪੇਪਰ ਸੀਗਾ। ਕਵਿਤਾ 'ਚ ਚੰਡੀ ਦੀ ਵਾਰ ਤੇ ਚੱਠਿਆਂ ਦੀ ਵਾਰ, ਇਹਦੇ ਤੋਂ ਇਲਾਵਾ ਸਭ ਖੱਚ ਖਾਨਾ, ਕੋਈ ਮਤਲਬ ਦੀ ਗੱਲ ਨਹੀਂ। ਮੁੰਡੇ ਕੁੜੀਆਂ ਨੌਜਵਾਨ ਦੀ ਅਵਸਥਾ ਦੇ ਵਿੱਚ ਇਹੋ ਜਿਹੀਆਂ ਗੱਲਾਂ ਪੜ੍ਹ ਤੇ ਸੁਣ ਕੇ ਕਾਲਜਾਂ ਦੇ ਵਿੱਚ ਤਾਂਹੀਓ ਮਾਪੇ ਕਈਆਂ ਨੂੰ ਪੜ੍ਹਾਉਂਦੇ ਨਹੀਂ, ਉਹ ਵਿਗੜ ਜਾਂਦੇ ਨੇ। ਇਕੱਠੇ ਬਹਿ ਕੇ ਪੜ੍ਹਨਾ ਹੁੰਦਾ ਤੇ ਇਸ ਵਾਸਤੇ ਉਹੋ ਜਿਹੀਆਂ ਗੱਲਾਂ ਤੇ ਕੋਈ ਗਿਆਨ ਧਿਆਨ ਵਾਲੀ ਬਾਤ ਹੀ ਨਹੀਂ ਹੈ। ਹਾਂ ਠੀਕ ਹੈ, ਛੇਵਾਂ ਪੇਪਰ ਪਿੰਗਲ ਦਾ ਸੀਗਾ, ਜਿਹ 'ਚ ਦੋਹਰੇ ਸਲੋਕ, ਸ਼ੀਰਫੀਆਂ, ਚੌਪਈ ਆਦਿਕ, ਛੰਦਾਬੰਦੀ ਦੇ ਨਿਯਮ, ਕਵਿਤਾ ਕਿਵੇਂ ਉਚਾਰਨੀ ਹੈ, ਉਹ ਸਾਰੀਆਂ ਲਗਾ ਮਾਤਰਾ, ਲਘੂ ਤੇ ਦੀਰਘ ਆਦਿਕ। ਤੇ ਬਾਕੀ ਜਿਹੜਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਹੈ, ਅੱਜ ਤੱਕ ਮੈਂ ਕਿਤੇ ਵੀ ਕਿਸੇ ਕਿਤਾਬ ਤੋਂ ਨਹੀਂ ਪੜ੍ਹਿਆ। ਥੋੜ੍ਹੇ ਦਿਨ ਹੋਏ ਇੱਥੋਂ 2-4 ਕਿਤਾਬਾਂ ਲੈ ਕੇ ਵੀ ਗਿਆ। MA BA ਦੇ ਸਿਲੇਬਸ ਦੀਆਂ ਕਿਤਾਬਾਂ ਦੇ ਵਿੱਚ ਵੀ ਕੱਖ ਨਹੀਂ ਹੈ। ਨਾਮ ਦੀ ਤਾਂ ਗੱਲ ਹੀ ਕੋਈ ਨਹੀਂ। ਪਲਾਸੀ ਦੀ ਲੜਾਈ ਹੋ ਗਈ ਤੇ ਟੀਪੂ ਸੁਲਤਾਨ ਹੋ ਗਿਆ, ਐਵੇਂ ਫਜ਼ੂਲ ਦੀਆਂ ਗੱਲਾਂ ਪੜ੍ਹਾਈਆਂ ਜਾਂਦੀਆਂ, ਐਵੇਂ ਸੰਨ ਸੁਣ ਉਹ ਕਿਵੇਂ ਹੋਇਆ ਕਿਵੇਂ ਹੋਇਆ। ਸੋ ਮਹਾਰਾਜਾ ਰਣਜੀਤ ਸਿੰਘ ਬਾਬਤ ਜਾਂ ਬਾਬਾ ਬੰਦਾ ਸਿੰਘ ਬਹਾਦਰ ਬਾਬਤ ਜਾਂ ਸਾਹਿਬਜ਼ਾਦਿਆਂ ਦਾ ਇਤਿਹਾਸ ਜਾਂ ਸਿੱਖਾਂ ਦੀਆਂ ਕੁਰਬਾਨੀਆਂ, ਜਿਨ੍ਹਾਂ ਨੇ ਮੁਸਲਮਾਨੀ ਹਕੂਮਤ ਦੀ ਨੱਕ ਵਿੱਚ ਦਮ ਕਰ ਛੱਡਿਆ,
ਗੋਰਿਆਂ ਤੋਂ ਹਿੰਦੁਸਤਾਨ ਦਾ ਰਾਜ ਵਾਪਸ ਕਰਵਾਇਆ ਹੈ, ਉਹਨਾਂ ਦਾ ਇਤਿਹਾਸ ਬਹੁਤ ਘੱਟ ਮਿਲਦਾ ਹੈ। ਗੁਰਬਾਣੀ ਦਾ ਤਾਂ ਗਿਆਨ ਬਿਲਕੁਲ ਹੀ ਨਹੀਂ। ਆਨੰਦ ਸਾਹਿਬ ਦਾ ਪਾਠ ਸੀਗਾ 40 ਪੌੜੀਆਂ, ਉਹ ਵੀ ਬਹੁਤਾ ਵਿਆਖਿਆ ਨਹੀਂ ਸੀਗੇ। ਇਸ ਵਾਸਤੇ ਇਹ ਜਿਹੜੀ ਕਥਾ ਹੈ ਇਹਦੇ ਵਿੱਚ ਦੂਜੀ ਗੱਲ ਨਹੀਂ ਕੋਈ ਕਰੀ ਜਾਂਦੀ, ਕੇਵਲ ਪ੍ਰਭੂ ਦੀਆਂ ਬਾਤਾਂ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਭਲੇ ਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ। ਜੇ ਭਾਈ ਗੁਰਦਾਸ ਸਾਹਿਬ ਜੀ ਨੇ ਕੋਈ ਉਦਾਹਰਨਾਂ ਦਿੱਤੀਆਂ ਨੇ ਲੈਲਾ ਮਜਨੂ ਦੀ ਜਾਂ ਸਸੀ ਪੁੰਨੂ ਦੀ, ਜਾਂ ਗੁਰੂ ਨੇ ਬਾਣੀ ਦੇ ਵਿੱਚ ਪਤੀ ਤੇ ਸਤੀ ਦਾ ਅਲੰਕਾਰ ਬਣਿਆ ਹੈ, ਉਹ ਧਿਆਨ ਕੇਵਲ ਵਾਹਿਗੁਰੂ ਵੱਲ ਕੇਂਦਰਿਤ ਕੀਤਾ ਹੈ। ਪ੍ਰਭੂ ਪਰਮਾਤਮਾ ਨੂੰ ਸਿੱਧ ਕੀਤਾ ਹੈ ਦੁਨਿਆਵੀ ਦਰਸ਼ਾਨ ਦੇ ਕੇ ਕਿ ਜਿਵੇਂ ਸਾਡੇ ਆਪਣੇ ਪਰਿਵਾਰ ਦੇ ਵਿੱਚ ਸੋ ਪ੍ਰੇਮ ਭਾਵ ਹੈ, ਉਸੇ ਪ੍ਰਕਾਰ ਹੀ ਜੀਵਾਤਮਾ ਦਾ ਪ੍ਰਭੂ ਦੇ ਨਾਲ ਪ੍ਰੇਮ ਸ਼ਰਧਾ ਤੇ ਮਿਲਾਪ ਹੋਣਾ ਚਾਹੀਦਾ ਹੈ। ਨਹੀਂ ਤਾਂ ਸਾਚੀ ਲਵੇ ਬੰਦੇ ਨਮਾਣੀ ਲਵੇ ਬਾਜੂ ਕਿਆ ਕਰੇ ਵਿਚਾਰੀਆ। ਸੋ ਕਥਾ ਦੇ ਵਿੱਚ ਕੋਈ ਸਾਖੀ ਜਾਂ ਕੋਈ ਸਟੋਰੀ ਜਾਂ ਕੋਈ ਕਹਾਣੀ ਸੁਣਾਈ ਵੀ ਜਾਂਦੀ ਹੈ, ਉਹ ਕੇਵਲ ਪਰਮਾਤਮਾ ਦੇ ਉੱਪਰ ਸ਼ਰਧਾ ਬਣਾਉਣ ਲਈ ਸੁਣਾਈ ਜਾਂਦੀ ਹੈ, ਜਾਂ ਇਤਿਹਾਸਕ ਪ੍ਰਸੰਗ ਹੁੰਦੇ ਨੇ। ਇਸ ਲਈ ਜਦੋਂ ਵੀ ਕਥਾ ਕੀਰਤਨ ਜਾਂ ਗੁਰਬਾਣੀ ਨੂੰ ਸੁਣੀਏ ਤਾਂ ਸਾਡਾ ਧਿਆਨ ਕਿਸੇ ਹੋਰ ਪਾਸੇ ਨਹੀਂ ਬਲਕਿ ਵਾਹਿਗੁਰੂ ਵਿੱਚ ਹੋਣਾ ਚਾਹੀਦਾ ਹੈ, ਕਿਉਂਕਿ ਬਾਣੀ ਦੀ ਸ਼ੁਭ ਆਰੰਭਤਾ ਆਦਿ ਦੇ ਵਿੱਚ ਇੱਕ ਓੰਕਾਰ ਤੋਂ ਹੋਈ ਹੈ। ਸੋ ਆਦਿ ਵਿੱਚ ਸਰਵਣ ਕਰਨ ਵੇਲੇ ਵੀ ਪੂਰਨ ਪਰਮੇਸ਼ਰ ਨੂੰ ਸਮਝੋ। ਵਿਚਕਾਰ ਭਾਵ ਜਦੋਂ ਮੰਨਣ ਕਰਨਾ ਹੈ ਤਾਂ ਗੁਰਬਾਣੀ ਦੇ ਵਿੱਚ ਇਹੀ ਮੰਨਣ ਕਰੋ ਕਿ ਇਹਦੇ 'ਚ ਪੂਰਨ ਪਰਮੇਸ਼ਰ ਦੀ ਵਿਆਖਿਆ ਹੈ। ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੂੰ ਹੀ ਸਮਝਣਾ ਕਰੋ। ਆਦਿ ਪੂਰਨ ਮੱਧ ਪੂਰਨ। ਆਦਿ ਦੇ ਵਿੱਚ ਸਰਵਣ ਵੇਲੇ ਵੀ ਵਾਹਿਗੁਰੂ ਨੂੰ ਸਮਝੋ, ਮੱਧ ਦੇ ਵਿੱਚ ਮੰਨਣ ਵੇਲੇ ਵੀ ਵਾਹਿਗੁਰੂ ਨੂੰ ਸਮਝੋ। ਅੰਤ ਪੂਰਨ ਪਰਮੇਸ਼ਰ ਹੈ, ਅਤੇ ਅੰਤ ਵਿੱਚ ਨਿਧਿਆਸਨ ਕਰਨ ਵੇਲੇ ਵੀ ਪੂਰਨ ਪਰਮੇਸ਼ਰ ਨੂੰ ਸਮਝੋ। ਯਾਨੀ ਜਦ ਕਮਾਈ ਕਰਨੀ ਹੈ ਤੇ ਵਾਹਿਗੁਰੂ ਦਾ ਧਿਆਨ ਹੋਣਾ ਚਾਹੀਦਾ ਹੈ, ਤਾਂ ਤੁਹਾਡੇ ਸਾਧਨ ਕੀਤੇ ਸਫਲੇ ਹੋਣਗੇ। ਇਸੇ ਪ੍ਰਕਾਰ ਸਤਿਮੁਰਤ ਸਰਵਣ ਕਰੋ ਜੀ। ਆਦਿ ਪੂਰਨ ਮੱਧ ਪੂਰਨ। ਬ੍ਰਹਮਾ ਦੇ ਆਦਿ ਵਿੱਚ ਵੀ ਪਰਮੇਸ਼ਰ ਪੂਰਨ ਸੀ। ਮੱਧ ਵਿੱਚ ਭਾਵ ਸ੍ਰਿਸ਼ਟੀ ਪੈਦਾ ਹੋਈ ਤੋਂ ਵਿਚਕਾਰ ਪਾਲਣਾ ਕਰਨ ਵਾਲੇ ਵਿਸ਼ਨੂੰ ਤੋਂ ਵੀ ਪਰਮੇਸ਼ਰ ਪਰਿਪੂਰਨ ਹੈ। ਇਹ ਤਾਂ ਕਨੌਕਰ ਨੇ, ਚਾਕਰ ਨੇ, ਇਹ ਕੋਈ ਪਾਲਣਾ ਪਰਮੇਸ਼ਰ ਨਹੀਂ ਹਨ। ਹਿੰਦੂ ਮਤ ਵਿੱਚ ਵਿਸ਼ਨੂੰ ਨੂੰ ਹੀ ਲੋਕ ਭਗਵਾਨ ਮੰਨਦੇ ਨੇ। ਠਾਕੁਰ ਦੁਆਰੇ ਬਣਾ ਕੇ ਵਿਸ਼ਨੂੰ ਦੇ ਉੱਪਰ ਕੱਚੀ ਲੱਸੀ ਦਾ ਇਸ਼ਨਾਨ ਕਰਾ ਕੇ ਫੁੱਲ ਚੜਾਉਂਦੇ, ਧੂਪ ਦਿਖਾਉਂਦੇ, ਉਹਨੂੰ ਹੀ ਭਗਵਾਨ ਮੰਨਦੇ ਨੇ। ਤੇ ਕਈਆਂ ਨੇ ਬ੍ਰਹਮਾ ਨੂੰ ਭਗਵਾਨ ਮੰਨਿਆ, ਕਈ ਸ਼ਿਵ ਜੀ ਦੇ ਸ਼ਿਵਲਿੰਗ ਦੀ ਪੂਜਾ ਕਰੀ ਜਾਂਦੇ ਨੇ। ਪਰ ਸਾਧ ਸੰਗਤ ਜੀ, ਇਹ ਭਗਵਾਨ ਨਹੀਂ ਹਨ, ਇਹ ਭਗਵਾਨ ਦੇ ਕਰਿੰਦੇ ਹਨ, ਉਹਦੇ ਸੇਵਾਦਾਰ ਨੇ। ਸਮਝ ਲਓ ਕਿ ਅਫਸਰ ਨੇ ਇੱਕ ਨੂੰ ਸ੍ਰਿਸ਼ਟੀ ਪੈਦਾ ਕਰਨ ਦੀ ਡਿਊਟੀ ਦਿੱਤੀ ਹੈ, ਵਿਸ਼ਨੂੰ ਨੂੰ ਪਾਲਣਾ ਕਰਨ ਦੀ ਡਿਊਟੀ ਦਿੱਤੀ ਹੈ। ਇੰਜ ਮਹਾਰਾਜ ਫਰਮਾਉਂਦੇ ਨੇ, ਅੰਤ ਪੂਰਨ ਪਰਮੇਸ਼ਰ ਹੈ। ਬ੍ਰਹਮਾ ਦੇ ਆਦਿ ਵਿੱਚ ਵੀ ਪਰਮੇਸ਼ਰ ਪੂਰਨ ਸੀ। ਮੱਧ ਭਾਵ ਸ੍ਰਿਸ਼ਟੀ ਪੈਦਾ ਹੋਈ ਤੋਂ ਵਿਚਕਾਰ ਪਾਲਣਾ ਕਰਨ ਵਾਲੇ ਵਿਸ਼ਨੂੰ ਤੋਂ ਵੀ ਪਰਮੇਸ਼ਰ ਪੂਰਨ ਹੈ। ਅਤੇ ਅੰਤ ਵੇਲੇ ਸੰਘਾਰ ਕਰਨ ਵਾਲੇ ਸ਼ਿਵ ਜੀ ਆਦਿ ਦੇ ਅੰਤ ਤੋਂ ਬਾਅਦ ਵੀ ਪਰਮੇਸ਼ਰ ਪਰਿਪੂਰਨ ਰਹੇਗਾ। ਇਸੇ ਪ੍ਰਕਾਰ ਆਦਿ ਪੂਰਨ ਮੱਧ ਪੂਰਨ। ਅਗਿਆਨ ਦੇ ਆਦਿ ਵਿੱਚ ਵੀ ਪਰਮੇਸ਼ਰ ਪੂਰਨ ਸੀ।
ਵਿਚਕਾਰ ਮਾਇਆ ਦੇ ਮੋਹ ਆਦਿਕ ਵਿੱਚ ਵੀ ਪਰਮੇਸ਼ਰ ਪਰਿਪੂਰਨ ਹੈ। ਅੰਤ ਪੂਰਨ ਪਰਮੇਸ਼ਰ ਹੈ। ਅਤੇ ਇਹ ਸਾਰਿਆਂ ਦੀ ਪਰਲੋ ਤੋਂ ਬਾਅਦ ਵੀ ਪਰਮੇਸ਼ਰ ਪੂਰਨ ਹੀ ਰਹੇਗਾ। ਇਸੇ ਪ੍ਰਕਾਰ ਆਦ ਪੂਰਨ ਮਦ ਪੂਰਨ। ਆਦ ਵਿੱਚ ਪੂਰਨ ਪਰਮੇਸ਼ਰ ਦੀ ਹਿਰਦੇ ਵਿੱਚ ਸ਼ਰਧਾ ਧਾਰਨ ਕਰੋ। ਜਦ ਗੁਰਦੁਆਰੇ ਆਓ ਤੇ ਸ਼ਰਧਾ ਧਾਰ ਕੇ ਆਓ। ਇਹ ਨਾ ਵੇਖੋ ਕਿ ਇੱਥੇ ਕੀ ਹੋ ਰਿਹਾ ਹੈ, ਕੌਣ ਆ ਰਿਹਾ ਹੈ, ਕੌਣ ਜਾ ਰਿਹਾ ਹੈ। ਸ਼ਰਧਾ ਧਾਰ ਕੇ ਦਰਸ਼ਨ ਕਰੋ। ਮਹਾਂਪੁਰਖ ਜਦ ਵੀ ਸੱਚਖੰਡ ਹਜ਼ੂਰ ਸਾਹਿਬ ਨੂੰ ਰਵਾਨਾ ਹੁੰਦੇ ਤਾਂ ਪਹੁੰਚਣ ਤੋਂ ਪਹਿਲਾਂ ਸਿੰਘਾਂ ਨੂੰ ਸਮਝਾ ਦਿੰਦੇ ਕਿ ਗੁਰਮੁਖ ਪਿਆਰਿਓ, ਜਿਹੜੀ ਸ਼ਰਧਾ ਲੈ ਕੇ ਤੁਸੀਂ ਜਾ ਰਹੇ ਹੋ ਉਥੋਂ ਦੀ ਕਿਸੇ ਮਰਿਆਦਾ ਦੇ ਵਿੱਚ ਕਿੰਤੂ ਪਰੰਤੂ ਨਹੀਂ ਕਿਸੇ ਕਰਨਾ। ਇਹ ਨਹੀਂ ਸੋਚਣਾ ਇੱਥੇ ਇੰਜ ਕਿਉਂ ਹੋ ਰਿਹਾ ਹੈ, ਇੰਜ ਨਹੀਂ ਹੋਣਾ ਚਾਹੀਦਾ, ਕਿਉਂਕਿ ਜ਼ਰੂਰੀ ਨਹੀਂ ਵੀ ਸਾਡੀ ਗੱਲ ਹਰੇਕ ਥਾਂ ਤੇ ਮੰਨੀ ਜਾਏ। ਸਾਡੀ ਗੱਲ ਸਾਡੇ ਟੱਬਰ 'ਚ ਨਹੀਂ ਕੋਈ ਮੰਨਦਾ। ਕੋਈ ਮੰਨਦਾ ਦੱਸੋ? ਕੋਈ ਨਹੀਂ ਮੰਨਦਾ। ਇਹ ਗੁਰਦੁਆਰੇ ਤਾਂ ਸਾਧ ਸੰਗਤ ਦਾ ਸਥਾਨ ਹੈ। ਇੱਥੇ ਸਾਡੀ ਗੱਲ ਨਹੀਂ, ਇੱਥੇ ਗੁਰੂ ਦੀ ਮਰਿਆਦਾ ਮੰਨੀ ਜਾਏਗੀ। ਤੇ ਜੋ ਸੀਨੇ ਵਸੀਨੇ ਤੋਂ ਸ਼ੁਰੂ ਤੋਂ ਚੱਲੀ ਆ ਰਹੀ ਹੈ, ਕਈ ਵਾਰ ਪਰੰਪਰਾ ਵੀ ਚੱਲੀ ਆਉਂਦੀ ਹੈ। ਤੋ ਜਿੱਥੇ ਕੋਈ ਪਰੰਪਰਾ ਚੱਲੀ ਆਵੇ ਉਹਦੇ ਵਿੱਚ ਵੇਖ ਕੇ ਕਿੰਤੂ ਪਰੰਤੂ ਕਰਨਾ ਕੋਈ ਸਿਆਣਪ ਦੀ ਬਾਤ ਨਹੀਂ ਹੁੰਦੀ। ਸ੍ਰੀ ਅਕਾਲ ਤਖਤ ਸਾਹਿਬ ਤੇ ਰਾਗਮਾਲਾ ਨਹੀਂ ਸੀ ਪੜ੍ਹੀ ਜਾਂਦੀ। ਇੱਕ ਵਾਰ ਸਿੰਘ ਨੇ ਪੜ੍ਹ ਦਿੱਤੀ ਤੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭੰਡਾ ਵਾਲਿਆਂ ਨੇ ਉਹਨੂੰ ਟੋਕਿਆ, ਭਈ ਤੂੰ ਇੱਥੋਂ ਦੀ ਮਰਿਆਦਾ ਵਿੱਚ ਫਰਕ ਕਿਉਂ ਪਾਇਆ ਹੈ? ਉਹ ਤਾਂ ਫਿਰ ਲੜਾਈ ਦਾ ਮਸਲਾ ਹੋ ਗਿਆ। ਜਿੱਥੇ ਜੋ ਵੀ ਕੁਝ ਹੋ ਰਿਹਾ ਹੈ, ਕੋਈ ਬੁਲਾਉਣ ਦਾ ਆਇਆ ਨਹੀਂ ਸਾਨੂੰ ਘਰੋਂ, ਤੇ ਨਾ ਹੀ ਕਿਸੇ ਨੂੰ ਸਾਡੀ ਲੋੜ ਹੈ। ਅਸੀਂ ਆਪਣੀ ਮਰਜ਼ੀ ਦੇ ਨਾਲ ਸ਼ਰਧਾ ਭਾਵਨਾ ਸਹਿਤ ਨਮਸਕਾਰ ਕਰਨ ਆਏ ਹਾਂ। ਸੋ ਪਹਿਲੀ ਗੱਲ ਤਾਂ ਆਉਣਾ ਨਹੀਂ ਚਾਹੀਦਾ। ਜੇ ਆਏ ਹਾਂ ਤਾਂ ਜਿਹੜੀ ਸ਼ਰਧਾ ਜਾਂ ਪਿਆਰ ਲੈ ਕੇ ਆਏ ਹਾਂ ਉਸੇ ਹੀ ਪਿਆਰ ਨੂੰ ਹਿਰਦੇ 'ਚ ਧਾਰਨ ਕਰਕੇ ਘੜੀ ਘੰਟਾ ਬੈਠ ਕੇ ਆਪਣੇ ਘਰ ਨੂੰ ਤੁਰ ਜਾਣਾ ਚਾਹੀਦਾ। ਬਹੁਤਾ ਸਮਾਂ ਧਾਰਮਿਕ ਸਥਾਨ 'ਤੇ ਰਹਿਣ ਤੋਂ ਗਲਤੀਆਂ ਨੋਟ ਹੋ ਜਾਂਦੀਆਂ ਨੇ। ਉਹ ਮਨ ਦੀ ਸ਼ਰਧਾ ਟੁੱਟ ਜਾਂਦੀ ਹੈ, ਪ੍ਰੇਮ ਘਟ ਜਾਂਦਾ, ਮੈਨੂੰ ਮਾਫ ਕਰਨਾ ਜੇ ਮੈਂ ਗਲਤ ਨਾ ਸੋਚਦਾ ਹੋਵਾਂ। ਸੋ ਲੰਬਾ ਸਮਾਂ ਰਹਿਣ ਤੋਂ ਉਹੋ ਜਿਹਾ ਪ੍ਰੇਮ ਨਹੀਂ ਰਹਿੰਦਾ, ਉਹੋ ਜਿਹੀ ਸ਼ਰਧਾ ਨਹੀਂ ਰਹਿੰਦੀ। ਜਿਸ ਦਿਨ ਅਸੀਂ ਪਹਿਲੇ ਦਿਨ ਗੁਰਦੁਆਰੇ ਆਏ ਸੀ, ਇੰਜ ਜਾਪਦਾ ਸੀ ਵੀ ਜਾਂਦੇ ਹੀ ਸਾਨੂੰ ਮਹਾਰਾਜ ਨੇ ਮਿਲ ਪੈਣਾ ਹੈ। ਆਪਾਂ ਫਤਿਹ ਬੁਲਾਵਾਂਗੇ, ਮਹਾਰਾਜ ਨਾਲ ਗੱਲਾਂ ਕਰਾਂਗੇ। ਤੇ ਹੁਣ ਰਹਿ ਕੇ ਇੰਨਾ ਮੱਚ ਮਰ ਗਿਆ ਵੀ ਅਗਲੇ ਜਨਮ 'ਚ ਵੀ ਆਸ ਮੁੱਕ ਗਈ। ਆਹ ਜਨਮ ਦੀ ਤਾਂ ਆਸ ਰਹੀ ਹੋਈ ਨਹੀਂ ਵੀ ਅਗਲੇ ਜਨਮ 'ਚ ਵੀ ਪਤਾ ਨਹੀਂ ਰੱਬ ਮਿਲੂ ਜਾਂ ਨਹੀਂ ਮਿਲੂਗਾ, ਕਿਉਂਕਿ ਉਹ ਸ਼ਰਧਾ ਜਾਂ ਪਿਆਰ ਰਿਹਾ ਹੀ ਨਹੀਂ ਹੈ। ਤੇ ਇਸ ਵਾਸਤੇ ਧੰਨੇ ਨੇ ਵੇਖੋ ਖੂਹ ਦੇ ਉੱਪਰ ਹੀ ਰੱਬ ਦੇ ਨਾਮ 'ਤੇ ਭਰੋਸਾ ਕੀਤਾ ਤੇ ਉਹਨੇ ਖੂਹ ਤੇ ਮੱਝਾਂ ਡੰਗਰਾਂ ਦੇ ਵਿੱਚ ਹੀ ਰੱਬ ਨੂੰ ਪਾ ਲਿਆ ਸੀਗਾ। ਤੇ ਜੇ ਗੁਰੂ ਘਰ ਤੇ ਸ਼ਰਧਾ ਰੱਖਾਂਗੇ ਕਿ ਉਹਨਾਂ ਵੇੜੇ ਪਾਰ ਹੋਣਗੇ। ਜਿੱਥੋਂ ਦੀ ਜੋ ਵੀ ਮਰਿਆਦਾ ਹੈ ਉਹਨੂੰ ਸੀਸ ਝੁਕਾਈਏ। ਕੇਵਲ ਇਹੀ ਵੇਖਣਾ ਚਾਹੀਦਾ ਕਿ ਵੇਖੋ ਕਿੰਨੇ ਪਿਆਰ ਨਾਲ ਸੱਚਖੰਡ ਹਜ਼ੂਰ ਸਾਹਿਬ ਵਾਲੇ ਪ੍ਰੇਮੀ ਸ਼ਸਤਰਾਂ ਦੀ ਪੂਜਾ ਕਰਦੇ ਨੇ, ਜੋਤ ਜਗਾਉਂਦੇ ਨੇ, ਆਰਤੀ ਕਰਦੇ ਨੇ, ਕਿਆ ਸੋਹਣੇ ਸ਼ਬਦ ਪੜ੍ਹਦੇ ਨੇ। ਗੰਗਾ ਗੋਦਾਵਰੀ ਤੋਂ ਜਲ ਲਿਆ ਕੇ ਖੜਾ ਸਾਹਿਬ ਦਾ 2:30-3 ਵਜੇ ਇਸ਼ਨਾਨ ਕਰਾਉਂਦੇ ਨੇ। ਕਿੰਨੀ ਵਾਰ ਸਿੰਘ ਸਾਹਿਬ ਕੇਸੀ ਇਸ਼ਨਾਨ ਕਰਕੇ ਸੇਵਾ ਵਿੱਚ ਹਾਜ਼ਰ ਹੁੰਦੇ ਨੇ। ਇਹ ਗੁਣ ਵੇਖੀਏ ਤਾਂ ਚੜ੍ਹਦੀ ਕਲਾ ਹੋਵੇਗੀ। ਤੇ ਇਸ ਵਾਸਤੇ ਮਹਾਰਾਜ ਦੇ ਦਰਸ਼ਨ ਹੀ ਸਾਨੂੰ ਕਰਨੇ ਚਾਹੀਦੇ ਨੇ। ਸੋ ਬਾਣੀ ਦੇ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਬੁਰਿਆਂ ਦੇ ਵਿੱਚ ਵੀ ਵਾਹਿਗੁਰੂ ਨੂੰ ਵੇਖੋ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੁਭਾਅ ਸੀਗਾ, ਕਹਿੰਦੇ ਬੁਰਿਆਂ ਨਾਲ ਬੁਰਿਆਈ ਕਰਨੀ, ਮੁਆਫ ਕਰਨ ਗਈ ਸਿਆਣੇ, ਤੇ ਬੁਰਿਆਂ ਨਾਲ ਫਿਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਸਤਿਗੁਰੂ ਨੇ ਤਾਂ ਬੁਰਿਆਂ ਵਿੱਚ ਵੀ ਪਰਮੇਸ਼ਰ ਵੇਖ ਕੇ ਤੇ ਉਹਨਾਂ ਦਾ ਵੀ ਭਲਾ ਕੀਤਾ। ਤੇ ਸਾਧ ਸੰਗਤ ਹੈ ਹੀ ਵਾਹਿਗੁਰੂ ਅਕਾਲ ਪੁਰਖ ਦਾ ਸਰੂਪ ਹੈ।
ਉਹ ਸਭ ਤੋਂ ਪਹਿਲਾਂ ਤੁਹਾਡੇ ਮਨ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ। ਜਿੱਥੇ ਵੀ ਤੁਸੀਂ ਜਾਓ, ਮੈਂ ਤਾਂ ਕੋਈ ਵੀ ਹੋਵੇ 50-100 ਰੁਪਈਆ ਰੱਖ ਕੇ ਉਹਦੇ ਪੈਰਾਂ 'ਚ ਗੋਡੀਆਂ ਹੱਥ ਲਾ ਕੇ ਮੱਥਾ ਜ਼ਰੂਰ ਟੇਕੀਦਾ, ਜਾਂ ਫਿਰ ਜਾਓ ਨਾ, ਜਾਂ ਫਿਰ ਅਗਲੇ ਨੂੰ ਫਤਿਹ ਬੁਲਾਓ, ਨਮਸਕਾਰ ਕਰੋ ਤੇ ਚਾਰ ਪ੍ਰੇਮ ਭਾਵ ਦੇ ਬਚਨ ਕਰੋ, ਤਾਂ ਹੀ ਕੁਛ ਪ੍ਰਾਪਤ ਹੋਊਗਾ। ਜੇ ਮੂੰਹ ਚੁੱਕ ਕੇ ਵਹਿੰਦੇ ਰਹੇ, ਸਤਿ ਸ੍ਰੀ ਅਕਾਲ ਵੀ ਨਾ ਬੁਲਾਈ, ਅਗਲਾ ਸੋਚੂ ਕਿ ਚੰਗਾ ਮੂਰਖ ਹੈ, ਪੜ੍ਹਿਆ ਲਿਖਿਆ, ਤੈਨੂੰ ਬੈਠਣ ਦਾ ਬੋਲਣ ਦਾ ਵੀ ਤਰੀਕਾ ਨਹੀਂ ਹੈ। ਉਹ ਕਹਿਣ ਤੋਂ ਭਾਵ ਇਹ ਹੈ ਕਿ ਰੱਬ ਨੂੰ ਮਿਲਣ ਜਦ ਤੁਰੀਏ ਆਪਣੇ ਘਰ ਵਿੱਚੋਂ ਤੇ ਸ਼ਰਧਾ ਲੈ ਕੇ ਤੁਰੀਏ, ਤੇ ਜਦ ਬੈਠੀਏ ਮੱਧ ਦੇ ਵਿੱਚ ਸ਼ਰਵਣ ਕਰੀਏ, ਮੰਨਣ ਕਰੀਏ, ਨਿਧਿਆਸਨ ਕਰੀਏ, ਤਾਂ ਵੀ ਪੂਰਨ ਪਰਮੇਸ਼ਰ ਦੇ ਉੱਪਰ ਹੀ ਸ਼ਰਧਾ ਰੱਖੀਏ, ਉਹਨੂੰ ਹਾਜ਼ਰ ਨਾਜ਼ਰ ਸਮਝਣਾ ਕਰੀਏ। ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਭਇਓ ਦੁਰਾਈ। ਅੰਤ ਪੂਰਨ ਪਰਮੇਸ਼ਰ ਹੈ, ਅਤੇ ਅੰਤ ਵਿੱਚ ਉਸ ਪਰਮੇਸ਼ਰ ਦੇ ਗਿਆਨ ਦੇ ਵਿੱਚ ਅਸਥਿਤ ਹੋਈਏ ਕਿ ਪਰਮੇਸ਼ਰ ਸਾਰੇ ਪਰਿਪੂਰਨ ਹੈ। ਡਿਠੇ ਸਭੇ ਥਾ ਨਹੀਂ ਤੁਧ ਜਿਹੇ। ਇਹ ਜਿਹੜੀ ਪੰਕਤੀ ਹੈ ਕੇਵਲ ਤੇ ਕੇਵਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਰਾਤ ਦੇ 12 ਵਜੇ ਤੋਂ ਬਾਅਦ ਧੁਆਈ ਸੇਵਾ ਕਰਨ ਵਾਲੇ ਪ੍ਰੇਮੀਆਂ ਦੀ ਜਦ ਲੈਣ ਲੱਗਦੀ ਹੈ, ਦਰਸ਼ਨੀ ਜੋੜੀ ਤੋਂ ਬਾਰੀ ਖੁੱਲ੍ਹ ਕੇ ਸੇਵਾਦਾਰ ਇਕੱਲੇ ਇਕੱਲੇ ਨੂੰ ਵੇਖ ਕੇ ਅੰਦਰ ਭੇਜਦਾ ਹੈ। ਉਹ ਬਕਾਇਦਾ ਪਾਸਪੋਰਟ ਬਣੇ ਹੋਏ ਨੇ, ਆਇਡੈਂਟੀ ਕਾਰਡ ਬਣੇ ਹੋਏ ਨੇ, ਫੋਟੋ ਦੇ ਨਾਲ ਮੋਹਰ ਲੱਗੀ ਹੋਈ ਹੈ ਪ੍ਰਬੰਧਕ ਕਮੇਟੀ ਦੇ ਮੈਨੇਜਰ ਦੀ। ਔਰ ਮੇਰੇ ਪਾਸ ਅਜੇ ਵੀ ਹੈ, 2007 'ਚ ਮੈਂ ਇੱਥੇ ਆਇਆ ਸੀਗਾ, 2006 ਦੀ ਹੈ ਮੇਰੇ ਕੋਲ ਹੋਰ। ਉਹ ਅਜੇ ਮੈਂ ਕਈ ਵਾਰ ਪੜ੍ਹਦਾ ਹੁੰਦਾ, ਉਹਦੇ 'ਤੇ ਲਿਖਿਆ ਬਕਾਇਦਾ ਕਿ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਜੋ ਸੱਚਖੰਡ ਹਰਿਮੰਦਰ ਸਾਹਿਬ ਦੀ ਮਰਿਆਦਾ ਹੈ ਇਸ ਦਾ ਪਾਲਣ ਕਰਨ, ਇਸ ਮਰਿਆਦਾ ਦੇ ਵਿੱਚ ਰਹਿ ਕੇ ਸੇਵਾ ਨਿਭਾਉਣ, ਇੱਕ ਦੂਜੇ ਦੇ ਕੰਮ ਦੇ ਵਿੱਚ ਦਖਲ ਨਾ ਦੇਣ, ਬੋਲ ਬਲਈਆ ਨਾ ਕਰਨ, ਲੜਾਈ ਝਗੜਾ ਕਲੇ ਕਲੇਸ਼ ਤੋਂ ਗੁਰੇਜ਼ ਕਰਨ, ਤੇ ਚੁੱਪਚਾਪ ਜਿਹੜੀ ਸੇਵਾ ਪ੍ਰਾਪਤ ਹੋਵੇ ਉਹ ਸੇਵਾ ਨੂੰ ਲਗਨ ਦੇ ਨਾਲ ਨਿਭਾਉਣ, ਦਖਲ ਨਾ ਦੇਣ ਪ੍ਰਬੰਧ ਦੇ ਵਿੱਚ। ਇੱਕ ਜਾਂ ਦੋ ਪ੍ਰਬੰਧਕ ਵੀ ਉੱਥੇ ਹੁੰਦੇ ਨੇ। ਸੋ ਇਸ ਵਾਸਤੇ ਜਿਵੇਂ ਵੀ ਕਿਸੇ ਸਥਾਨ ਦਾ ਪ੍ਰਬੰਧ ਹੈ ਉਹਦੇ ਵਿੱਚ ਸ਼ਰਧਾ ਭਾਵਨਾ ਦਾ ਇਜ਼ਹਾਰ ਕਰਦਿਆਂ ਸੇਵਾ ਨਿਭਾਈ ਜਾਏ ਤਾਂ ਫਿਰ ਹੀ ਕੁਛ ਲੈ ਕੇ ਆਪਾਂ ਘਰ ਨੂੰ ਮੁੜ ਸਕਦੇ ਹਾਂ। ਤੇ ਜੇ ਸ਼ਰਧਾ ਭਾਵਨਾ ਨਾ ਹੋਵੇ ਤੇ ਅੰਤ ਨੂੰ ਖੇ ਖਰਾਬੀ ਹੁੰਦੀ ਹੈ। ਇਸ ਵਾਸਤੇ ਮਨ ਦਾ ਟਿਕਾਓ ਖਤਮ ਹੋ ਜਾਂਦਾ ਹੈ। ਇਉਂ ਆਦ ਵਿੱਚ ਜਾਣ ਲੱਗਿਆਂ ਵੀ ਸ਼ਰਧਾ ਰੱਖੋ, ਵਿਚਕਾਰਲੇ ਸਮੇਂ ਇਸ਼ਨਾਨ ਪਾਠ ਕਰਦਿਆਂ, ਬਾਣੀ ਦਾ ਪਾਠ ਕੀਰਤਨ ਕੀਰਤਨ ਸੁਣਦਿਆਂ ਕਰਦਿਆਂ, ਗੁਰੂ ਘਰ ਵਿੱਚ ਹਾਜ਼ਰੀ ਭਰਦਿਆਂ, ਸੇਵਾ ਨਿਭਾਉਂਦਿਆਂ ਵੀ ਸ਼ਰਧਾ ਰੱਖੋ, ਤੇ ਜਾਂਦੀ ਬਾਕੀ ਵੀ ਸਰੂਪਾ ਲੈ ਕੇ ਜਾਓ। ਇਹ ਨਾ ਹੋਵੇ ਵੀ ਝਗੜ ਕੇ ਲੜ ਕੇ ਮੁੜਕੋ ਮੁੜਕੀ ਤੇ ਤੂੰ ਕੌਣ ਤੇ ਮੈਂ ਕੌਣ ਹੈ ਤੇ ਉਹਦੇ ਨਾਲ ਮਨ ਫਿੱਕਾ ਹੋ ਜਾਂਦਾ। ਸਭ ਕੁਛ ਕੀਤੀ ਕਰਾਈ ਖਤਮ ਹੋ ਜਾਂਦੀ ਹੈ। ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਕੁਮਾਰ, ਨਾਨਕ ਨੇ ਫੁੱਲ ਜਾਤ ਤੇ ਜਿਉਂ ਪਹੁੰਚਰ ਇਸਨਾਰ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀ ਹੈ ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸਟੀਏ ਮੋਹਿ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਰਹਿ ਸਜਾਏ। ਤੋ ਅੰਤ ਵਿੱਚ ਵੀ ਪਰਮੇਸ਼ਰ ਦੇ ਗਿਆਨ 'ਚ ਅਸਥਿਤ ਹੋ ਕੇ ਆਪਣੇ ਘਰ ਨੂੰ ਗਿਆਨ ਲੈ ਕੇ ਜਾਵੋ, ਜਾਂ ਅੰਤ ਵਿੱਚ ਪੂਰਨ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਕਰਕੇ ਉਹਦੇ ਵਿੱਚ ਸਥਿਤ ਹੋਵੋ। ਜਿਵੇਂ ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਬਰ ਨ ਕੋਈ। ਆਦ ਅੰਤ ਮਦ ਪ੍ਰਭ ਸੋਈ, ਆਪੇ ਕਰਤਾ ਕਰੀ ਸੋਈ। ਸੋ ਜਿਵੇਂ ਸਾਮਵੇਦੀ ਛੰਦੋਕ ਉਪਨਿਸ਼ਦ ਦੇ 6ਵੇਂ ਅਧਿਆਏ ਵਿੱਚ ਉਦਿਆਲਕ ਲਿਖੀ ਨੇ ਆਪਣੇ ਪੁੱਤਰ ਸਵੇਤ ਕੇਤੂ ਦੇ ਪ੍ਰਸ਼ਨ ਅਨੁਸਾਰ ਤਤਮ ਮਸੀਹ ਮਹਾਵਾਕ ਦਾ ਉਪਦੇਸ਼ ਦਿੰਦਿਆਂ ਹੋਇਆ ਸਰਵਣ ਦੇ 6 ਅੰਗ ਕਥਨ ਕੀਤੇ ਹਨ। ਉਪਕਰਮ ਉਪਸੰਹਾਰ ਦੀ ਰੀਤੀ,
ਅਨੁਸਾਰ ਸਰਵਣ ਕਰਨਾ। ਭਾਵ ਜੋ ਪ੍ਰਸੰਗ ਆਦਿ ਵਿੱਚ ਆਰੰਭ ਹੋਵੇ ਉਸੇ ਪ੍ਰਸੰਗ ਦੇ ਅੰਤ ਨੂੰ ਸਮਾਪਤੀ ਕਰਨੀ। ਦੂਸਰਾ ਅਭਿਆਸ, ਵਾਰ-ਵਾਰ ਪੜ੍ਹਨੇ ਨੂੰ ਅਭਿਆਸ ਕਹਿੰਦੇ ਨੇ। ਤੀਜਾ ਅਪੂਰਵਤਾ, ਅਲੌਕਿਕਤਾ ਨੂੰ ਅਪੂਰਵਤਾ ਕਹਿੰਦੇ ਹਨ। ਚੌਥਾ ਹੈ ਫਲ, ਮੋਖ ਦੀ ਪ੍ਰਾਪਤੀ ਨੂੰ ਫਲ ਆਉਂਦੇ ਨੇ। ਪੰਜਵਾਂ ਅਰਥਵਾਦ, ਉਸ ਸਥਿਤੀ ਨੂੰ ਅਰਥਵਾਦ ਕਹਿੰਦੇ ਨੇ। ਛੇਵਾਂ ਹੈ ਉਪਮਤੀ, ਅਨੁਕੂਲ ਦ੍ਰਿਸ਼ਟਾਂਤ ਨੂੰ ਉਪਮਤੀ ਆਉਂਦੇ ਨੇ। ਇਸੇ ਪ੍ਰਕਾਰ ਸਰਵਣ ਦੇ ਘੱਟ ਅੰਗਾਂ ਦੇ ਵਿੱਚੋਂ ਸੰਪੂਰਨ ਬਾਣੀ ਵਿੱਚ ਪਹਿਲੇ ਉਪਕਰਮ ਉਪਸੰਹਾਰ ਦੀ ਰੀਤ ਇਸ ਤਰ੍ਹਾਂ ਵੀ ਹੈ ਕਿ ਸਤਿਗੁਰੂ ਜੀ ਨੇ ਸੱਸਾ ਅੱਖਰ ਤੋਂ ਬਾਣੀ ਦੀ ਆਰੰਭਤਾ ਕੀਤੀ ਹੈ। ਇੱਕ ਓੰਕਾਰ ਤਾਂ ਮੰਗਲ ਹੋ ਗਿਆ, ਇੱਕ ਓੰਕਾਰ ਮੰਗਲ ਹੈ। ਬਾਣੀ ਦੀ ਆਰੰਭਤਾ ਸੱਸੇ ਤੋਂ ਹੀ ਹੁੰਦੀ ਹੈ, ਸਤਿਨਾਮ ਤੋਂ ਹੀ। ਸੋ ਸੱਸਾ ਅੱਖਰ ਪਹਿਲਾਂ ਆ ਗਿਆ ਤੇ ਇੱਕ ਓੰਕਾਰ ਮੰਗਲ ਰੂਪ ਹੋ ਗਿਆ ਤੇ ਸਤਿਨਾਮ ਅੱਖਰ ਤੋਂ ਆਰੰਭ ਹੋ ਗਈ ਬਾਣੀ। ਤੇ ਆ ਜਿੱਥੇ ਮੱਧ ਲੱਗਾ ਹੈ ਸਾਧ ਸੰਗਤ ਜੀਓ, ਮੱਧ ਤੋਂ ਪਿਛਲੇ ਪੰਕਤੀ ਆਈ ਹੈ, ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰਿ ਨਾਮ ਭੋਜਨ ਖਾਇਆ। ਇਹਦੇ ਵਿੱਚ ਵੀ ਵਾਹਿਗੁਰੂ ਦੇ ਨਾਮ ਦਾ ਕਥਨ ਹੈ। ਤੇ ਜੈ ਸ੍ਰੀ ਮਹੱਲਾ ਪੰਜਵਾਂ, ਵਾਰ ਸਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ। ਸੋ ਸਲੋਕ ਦੇ ਮੱਧ ਹੈ ਆਦਿ ਪੂਰਨ ਮੱਧ ਪੂਰਨ ਸੱਸਾ, ਤੇ ਫਿਰ ਸਮਾਪਤੀ ਤੇ 18 10 20 ਸ, ਉੱਥੇ ਵੀ ਸੱਸੇ ਦੀ ਸਮਾਪਤੀ ਹੈ। ਇਉਂ ਸੱਸਾ ਅੱਖਰ ਸਤ ਪਾਕ ਪਰਮੇਸ਼ਰ ਦਾ ਵਾਚਕ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ, ਆਦ ਪੂਰਨ ਮਦ ਪੂਰਨ ਪੂਰਨ ਪਰਮੇਸ਼ਰ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਇਹਨਾਂ ਦੇ ਆਦਿ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਪਰਿਪੂਰਨ ਹੈ। ਸਤਨਾਮ, ਸਤਨਾਮ ਤੇਰਾ ਪਰਾਪੁਰ ਬੁਲਾ। ਇੱਕ ਓੰਕਾਰ ਮੰਗਲ ਹੈ ਤੇ ਉਹਦੇ ਤੋਂ ਬਾਅਦ ਨਾਮ ਤੋਂ ਹੀ ਬਾਣੀ ਆਰੰਭ ਹੋਈ ਹੈ। ਇਹ ਨਾਮ ਸਤ ਹੈ। ਇੱਥੇ ਮੱਧ ਦੇ ਵਿੱਚ ਵੀ ਬਿਨਵੰਤ ਨਾਨਕ ਸਦਾ ਤ੍ਰਿਪਤੇ ਹਰਿ ਨਾਮ ਭੋਜਨ ਖਾਇਆ, ਨਾਮ ਭੋਜਨ ਤੇ ਮੱਧ ਲੱਗਾ ਹੈ। ਤੇ ਸਮਾਪਤੀ ਤੇ ਵੀ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤੀਵੇ ਹਰਿਆ, ਨਾਮ ਤੇ ਹੀ ਸਮਾਪਤੀ ਹੋਈ ਹੈ। ਸੋ ਇਉਂ ਸਤਨਾਮ ਤੋਂ ਪ੍ਰਾਰੰਭਤਾ ਸੱਸੇ ਅੱਖਰ ਤੋਂ ਤੇ 18 10 20 ਤੇ ਸਮਾਪਤੀ, ਤੇ ਆਦਿ ਮੱਧ ਅੰਤ ਦੇ ਵਿੱਚ ਨਾਮ ਦਾ ਹੀ ਕਥਨ ਕੀਤਾ ਗਿਆ ਹੈ। ਇਹ ਮਹਾਰਾਜ ਫਰਮਾਨ ਕਰਦੇ ਨੇ, ਸੰਤਾ ਸਰਵਤਰ ਰਮਣੰ। ਸਤਿਗੁਰੂ ਜੀ ਪਾਤਸ਼ਾਹ ਕਥਨ ਕਰਦੇ ਹਨ ਕਿ ਜਿਹੜੇ ਸੰਤ ਹਨ ਉਹ ਸਾਰੇ ਸੰਸਾਰ ਦੇ ਵਿੱਚ ਵਾਹਿਗੁਰੂ ਨੂੰ ਰਮਿਆ ਹੋਇਆ ਜਾਣ ਕੇ ਸ਼ਾਂਤ ਆਤਮਾ ਵਾਲੇ ਮਹਾਤਮਾ ਜਨ ਉਸ ਪਰਮੇਸ਼ਰ ਦਾ ਮਨ ਪਾਣੀ ਸਰੀਰ ਕਰਕੇ ਸਿਮਰਨ ਕਰਦੇ ਹਨ। ਨਾਨਕ ਅਗਨਾਸਨ ਜਗਦੀਸ਼ਵਰ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਅਗ ਪਾਪਾਂ ਦੇ ਨਾਸ਼ ਕਰਨ ਵਾਲਾ ਜਿਹੜਾ ਜਗਤ ਦਾ ਈਸ਼ਰ ਪਰਮੇਸ਼ਰ ਹੈ। ਈਸ਼ਰ ਪੰਜ ਮੰਨੇ ਨੇ, ਜਿਹਦੇ ਵਿੱਚ ਸ਼ਿਵ ਜੀ ਵੀ ਹੈ, ਦੇਵੀ ਵੀ ਹੈ, ਗਣੇਸ਼ ਨੂੰ ਵੀ ਈਸ਼ਰ ਮੰਨਦੇ ਨੇ। ਸਾਰਿਆਂ ਤੋਂ ਪਰਮ ਵੱਡਾ ਈਸ਼ਰ ਕੌਣ ਹੈ? ਵਾਹਿਗੁਰੂ ਪਰਮੇਸ਼ਰ ਹੈ, ਜਗਦੀਸ਼ਵਰ ਹੈ। ਸੋ ਐਸਾ ਜਿਹੜਾ ਈਸ਼ਰ ਪਰਮੇਸ਼ਰ ਹੈ ਉਹਨੂੰ ਸਾਰੇ ਰਮਿਆ ਹੋਇਆ ਜਾਣ ਕੇ ਸ਼ਾਂਤ ਆਤਮਾ ਵਾਲੇ ਸੰਤ ਮਨ ਬਣੀ ਸਰੀਰ ਕਰਕੇ ਉਸ ਦਾ ਸਿਮਰਨ ਕਰਦੇ। ਜਾਂ ਸਰਬੱਤਰ ਸਾਰੀ ਗੁਰਬਾਣੀ ਵਿੱਚ ਅਗ ਪਾਪਾਂ ਦੇ ਨਾਸ਼ ਕਰਨ ਵਾਲੇ ਪਰਮੇਸ਼ਰ ਦਾ ਨਾਮ ਰਮਿਆ ਹੋਇਆ ਜਾਣ ਕੇ ਸ਼ਾਂਤ ਆਤਮਾ ਵਾਲੇ ਮਹਾਤਮਾ ਜਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅੱਠੇ ਪੈਰ ਸਿਮਰਦੇ ਨੇ। ਅੱਜ ਕੱਲ੍ਹ ਜਿਹੜੇ ਦੇਹਧਾਰੀ ਗੁਰੂ ਹਨ ਉਹ ਇਹ ਪ੍ਰਚਾਰ ਕਰਦੇ ਨੇ, ਅਸੀਂ ਜੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਹੀਂ ਹੋ ਸਕਦੇ, ਕਿਉਂਕਿ ਬੋਲਦੇ ਨਹੀਂ ਹਨ। ਬਾਣੀ ਦੀ ਕਥਾ ਕਰਦੇ ਨੇ, ਕੀਰਤਨ ਵੀ ਬਾਣੀ ਦਾ ਕਰਦੇ ਨੇ, ਨਾਮਧਾਰੀ ਦਾ ਸੋਹਣਾ ਕੀਰਤਨ ਕਰਦੇ ਨੇ, ਬੜੀ ਉੱਚੀ ਸਵਰ ਦੇ ਵਿੱਚ ਬੰਦੇ ਨੂੰ ਬੰਨ੍ਹ ਕੇ ਬਿਠਾ ਦਿੰਦੇ। ਰਾਧਾ ਸਵਾਮੀ ਦੀ ਮੈਂ ਕਥਾ ਸੁਣੀ ਹੈ, ਕਪਾਟ ਖੋਲ੍ਹ ਦਿੰਦੇ, ਤੇ ਪਰ ਉੱਥੇ ਆ ਕੇ ਸਾਧ ਸੰਗਤ ਜੀ ਉਹ ਲੱਸੀ ਬਣਾ ਦਿੰਦੇ। ਜਦੋਂ ਕਹਿ ਦਿੰਦੇ ਵੀ ਜਿਹੜਾ ਗਿਆਨ ਹੈ ਇਹ ਗੁਰੂ ਤੋਂ ਮਿਲਦਾ ਹੈ, ਤੇ ਜਿਹੜਾ ਗੁਰੂ ਹੈ ਉਹ ਬੋਲਣ ਵਾਲੇ ਦਾ ਨਾਮ ਹੈ। ਜਿਵੇਂ ਦਸੇ ਪਾਤਸ਼ਾਹੀਆਂ ਦੇਹ ਦੇ ਵਿੱਚ ਹੋ ਕੇ ਵਰਤੇ, ਬਾਣੀ ਤਾਂ ਕਹਿੰਦੇ ਉਦੋਂ ਵੀ ਸੀਗੀ, ਤੇ ਪਰ ਉਦੋਂ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਥੋੜ੍ਹੀ ਮੰਨਦਾ ਸੀਗਾ, ਦੇਹ ਗੁਰੂਆਂ ਤੋਂ ਬਾਣੀ ਸੁਣਦੇ ਸੀਗੇ। ਇਸ ਲਈ ਜਿਹੜਾ ਸੁਣਾਉਂਦਾ ਹੈ ਉਪਦੇਸ਼ ਉਹ ਗੁਰੂ ਹੈ। ਉੱਥੇ ਸਾਰਾ ਪਾਣੀ ਬਣਾ ਦਿੰਦੇ, ਕੱਚੀ ਲੱਸੀ ਤੋਂ ਵੀ ਗਾਂ ਵਧਾ ਦਿੰਦੇ। ਉਹ ਇੰਜ ਕਈ ਸੰਗਤਾਂ ਧੋਖਾ ਖਾ ਜਾਂਦੀਆਂ ਨੇ, ਬੜੀ ਰਸਨਾ ਮਿੱਠੀ ਹੁੰਦੀ ਹੈ, ਗਿਆਨ ਬੜਾ ਕਮਾਲ ਦਾ ਹੁੰਦਾ ਹੈ। ਸਾਨੂੰ ਤਾਂ ਸੰਤਾਂ ਨੇ, ਮਹਾਂਪੁਰਖਾਂ ਨੇ ਸਮਝਾਤਾ, ਕੋਈ ਹੰਕਾਰ ਵਾਲੀ ਗੱਲ ਨਹੀਂ ਹੈ। ਆਪਾਂ ਤਾਂ ਕਿਸੇ ਦੇ ਮਗਰ ਲੱਗਦੇ ਨਹੀਂ, ਸਿੱਧੀ ਜੀ ਗੱਲ ਹੈ। ਬੰਦਾ ਭੁੱਖਾ ਮਰ ਜਾਏ, ਗੁਰਦੁਆਰਿਓਂ ਧੱਕੇ ਪੈਣ, ਮਾਫ ਕਰਨਾ। ਇੱਥੇ ਸਭ ਕੁਛ ਹੈ, ਸੁੱਖ ਹੈ, ਸ਼ਾਂਤੀ ਹੈ, ਸਭ ਕੁਛ ਹੈ। ਪਰ ਮੰਨ ਲਓ ਜੇ ਗੁਰ ਝਿੜਕੇ, ਜੇ ਝਿੜਕਾਂ ਵੀ ਪੈਣ, ਮਾਂ ਪਿਓ ਬੱਚੇ ਨੂੰ ਝਿੜਕਦੇ ਹੀ ਨਾ। ਜੇ ਗੁਰ ਝਿੜਕੇ ਤਾਂ ਮੀਠਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਭਾਵੇਂ ਅਮੀਰੀ ਹੈ, ਭਾਵੇਂ ਗਰੀਬੀ ਹੈ, ਭਾਵੇਂ ਜੋ ਮਰਜ਼ੀ ਹੈ, ਪਰ ਸਮੁੰਦਰ ਕਹਿੰਦੇ ਛੱਡਣਾ ਨਹੀਂ ਚਾਹੀਦਾ, ਕਿਉਂਕਿ ਸਮੁੰਦਰ ਦੀ ਮਹਿਮਾ ਬੜੀ ਹੈ। ਸਮੁੰਦਰ ਵਿਸ਼ਾਲ ਬੜਾ ਹੈ। ਜਿਹੜਾ ਛੱਪੜ ਹੈ ਉਹਦਾ ਨਾਂ ਹੀ ਮਾੜਾ ਹੈ। ਛੱਪੜ ਦੇ ਵਿੱਚ ਇੱਕਦਮ ਗੰਦਗੀ, ਬੜਾ ਸੜਿਆਣ, ਪਰ ਬਦਬੂ, ਮੱਝਾਂ ਦਾ ਗਾਵਾਂ ਦਾ ਗੂੰ ਮੂਤ, ਨਿਆਣਿਆਂ ਦਾ ਬੜਾ ਕੁਛ, ਮਾਫ ਕਰਨਾ। ਕਿੰਨਾ ਵੇਖੋ ਤੇ ਜਾੜਾ, ਬੂਢੀ ਉਮਰ, ਤੇ ਗਰਮੀਆਂ ਦੇ ਵਿੱਚ ਸੜਿਆਣ ਪਿਆ ਮਾਰਦਾ, ਉਹਦੇ ਲਾਗੇ ਤਾਂ ਬੰਦਾ ਖਲੋ ਨਹੀਂ ਸਕਦਾ। ਤੇ ਇਸ ਵਾਸਤੇ ਛੱਪੜ ਦਾ ਨਾਂ ਹੀ ਮਾੜਾ। ਪੁਰਾਣਾ ਟਾਈਮ ਸੀਗਾ ਤੇ ਉਦੋਂ ਗੱਲ ਹੋਰ ਸੀਗੀ, ਪਰ ਅੱਜ ਕੱਲ੍ਹ ਤਾਂ ਸਭ ਕੁਛ ਗੰਦਾ ਹੋਇਆ ਪਿਆ। ਜਿਹੜਾ ਸਮੁੰਦਰ ਹੈ, ਸਮੁੰਦਰ ਉਹਦੇ ਤੇ ਲੋਕ ਬੜੇ ਫਖਰ ਨਾਲ ਜਾਂਦੇ ਆ ਕਿ ਜਿਵੇਂ ਸਮੁੰਦਰ ਦੀ ਸੈਰ ਕਰਦੇ ਆ। ਅੱਜ ਕੱਲ੍ਹ ਲੋਕ ਹਵਾਈ ਜਹਾਜ਼ ਦੀਆਂ ਟਿਕਟਾਂ ਲੈ ਕੇ ਜਾਂਦੇ ਤੇ ਬੜਾ ਫਖਰ ਕਰਦੇ ਨੇ। ਜੇ ਕੋਈ ਕਹੇ ਮੈਂ ਛੱਪੜ 'ਤੇ ਹੋ ਗਿਆ, ਅਗਲਾ ਕਹੂਗਾ ਵੀ ਇਹ ਕਿੰਨੀ ਵੱਡੀ ਗੱਲ ਹੈ। ਕਿਉਂ ਕਬੀਰ ਜੀ ਕਹਿੰਦੇ ਵੀ ਛੱਪੜ ਤਾਂ ਭਾਈ ਜਿਸ ਤਰ੍ਹਾਂ ਮਰਜ਼ੀ ਹੈ, ਉਹ ਤਾਂ ਛੱਪੜ ਹੀ ਹੈ। ਤੇ ਜਿਹੜਾ ਸਮੁੰਦਰ ਹੈ, ਸਮੁੰਦਰ ਦਾ ਨਾਂ ਹੀ ਵੱਡਾ ਹੈ, ਭਾਵੇਂ ਖਾਰਾ ਹੈ, ਜੋ ਮਰਜ਼ੀ ਹੈ। ਉਹਦੇ ਕਿਨਾਰੇ ਤੇ ਗਰਮੀ ਵੀ ਹੈ, ਸਰਦੀ ਵੀ ਹੈ, ਕਈ ਮੁਸ਼ਕਲਾਂ ਵੀ ਹਨ। ਉਹਦੇ ਵਿੱਚ ਵੜਨ ਤੋਂ ਪੈਰ ਦੇ ਵਿੱਚ ਪੱਥਰ ਪੁੱਥਰ ਵੱਜ ਕੇ ਪੈਰ ਜ਼ਖਮੀ ਵੀ ਹੋ ਜਾਂਦੇ ਨੇ, ਉਹ ਔਗਣ ਵੀ ਹਨ, ਪਰ ਫਿਰ ਵੀ ਸੋ ਕਹਿੰਦੇ ਕਬੀਰ ਸਮੁੰਦ ਨਾ ਛੋੜੀਐ, ਜਵਤ ਖਾਰੋ ਹੋਏ। ਭਾਵੇਂ ਉਹ ਖਾਰਾਪਣਾ ਵੀ ਕਿਉਂ ਨਾ ਹੈ, ਤਾਂ ਵੀ ਸਮੁੰਦਰ ਨਹੀਂ ਛੱਡਣਾ ਚਾਹੀਦਾ। ਪੋਖਰ ਪੋਖਰ ਢੂੰਡ ਤੇ ਪਰੋਂ ਨਾ ਕਹਿ ਹੈ ਕੋਏ। ਛੱਪੜਾਂ ਦੇ ਵਿੱਚ ਜਾਲ ਪਾਉਣ ਤੋਂ ਡੱਡੀਆਂ ਮੱਛੀਆਂ ਆਉਣਗੀਆਂ, ਸਮੁੰਦਰ ਦੇ ਵਿੱਚ ਹੀਰੇ ਮੋਤੀ ਜਵਾਹਰਾਤ ਹੁੰਦੇ ਨੇ। ਇਸ ਵਾਸਤੇ ਗੁਰਦੁਆਰਾ ਛੱਡ ਕੇ ਆਪਾਂ ਨੂੰ ਕਿਤੇ ਵੀ ਨਹੀਂ ਜਾਣਾ ਚਾਹੀਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਥਾ ਕੀਰਤਨ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਸੁਣੋ। ਕੋਈ ਭਾਵੇਂ ਜਿੰਨਾ ਮਰਜ਼ੀ ਚੰਗਾ ਬੋਲੇ, ਕਿਸੇ ਦੇ ਪਿੱਛੇ ਨਾ ਲੱਗੋ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਿਯਮ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਉਹਨਾਂ ਦਾ ਕੀ ਪ੍ਰਚਾਰ ਹੈ? ਕਹੇ ਜੀ ਬਾਣੀ ਤਾਂ ਕਹਿੰਦੀ ਹੈ ਨਾਮ ਜਪੋ, ਤੇ ਫਿਰ ਹੁਣ ਕੀ ਕਰੀਏ? ਕਹਿੰਦੇ ਨਾਮ ਜਪਿਆ ਕਰੋ ਭਾਈ। ਤੇ ਨਾਮ ਮਿਲਦਾ ਕਿੱਥੋਂ ਹੈ? ਬਾਬਾ ਜੀ ਦੇ ਕੋਲੋਂ। ਆਓ ਤੁਹਾਨੂੰ ਦਸੀਏ, ਕੰਨ ਕਰੋ। ਉਹ ਫਿਰ ਆਪਣੇ ਨਾਮ ਦਿੰਦੇ ਹਨ। 5 ਨਾਮ ਨੇ। ਰਾਧਾ ਸੁਆਮੀ
ਗੁਰਮੁਖ ਪਿਆਰਿਆਂ ਦੇ ਜੋਤ ਨਿਰੰਜਨ ਸੋਹੰ ਸਤਨਾਮ ਓੰਕਾਰ ਦੇ ਨਿਰੰਕਾਰ ਤੇ ਤਿੰਨ ਨਾਮ ਨੇ ਸਰਸੇ ਵਾਲਿਆਂ ਦੇ ਸ਼ਬਦ ਸਰੂਪੀ ਰਾਮ ਸਤਿਪੁਰਖ ਤੇ ਅਕਾਲ ਮੂਰਤ। ਜਿਹੜੇ ਨਸ਼ਹਿਰੇ ਸਾਹਿਬ ਵਾਲੇ ਹਨ ਸਾਧ ਸੰਗਤ ਜੀ ਨੀਰਧਾਰੀ ਜਾਂ ਨਾਮਧਾਰੀ ਗੁਰਮੁਖ ਪਿਆਰੇ ਮਰਜ਼ਾਦਾ ਬਹੁਤ ਉਹਨਾਂ ਦੀ ਉੱਚੀ ਸੱਚੀ ਹੈ, ਸਾਡੇ ਨਾਲ ਬਹੁਤ ਵਧੇਕ ਹੈ। ਉਹਨਾਂ ਦਾ ਨਾਮ ਹੈ ਵਾਹੋ। ਪਰ ਜੇ ਤੁਸੀਂ ਆਖੋ ਕਿ ਗੁਰਮੰਤਰ ਕਿਹੜਾ ਹੈ ਸਾਡੇ ਗੁਰੂਆਂ ਦਾ, ਦਸਾਂ ਪਾਤਸ਼ਾਹੀਆਂ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਵਾਹਿਗੁਰੂ ਗੁਰਮੰਤਰ ਬਖਸ਼ਿਆ ਹੈ। ਜੇ ਕੋਈ ਹੋਰ ਬਖਸ਼ਿਆ ਹੁੰਦਾ ਤਾਂ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਦੇ ਮਾਮਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਹਨ, ਜਦ ਉਹਨਾਂ ਵਾਰ ਦੇ ਵਿੱਚ ਲਿਖੀ ਸੀ ਪੰਕਤੀ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਤਾਂ ਸਤਿਗੁਰੂ ਜੀ ਉਹਨਾਂ ਨੂੰ ਰੋਕ ਦਿੰਦੇ ਕਿ ਭਾਈ ਸਾਹਿਬ ਸਾਨੂੰ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਦਿੱਤਾ ਹੈ ਜਾਂ ਵਾਹਿਗੁਰੂ ਦਿੱਤਾ ਹੈ, ਤੁਸੀਂ ਵਾਹਿਗੁਰੂ ਕਿਵੇਂ ਲਿਖ ਦਿੱਤਾ? ਪਰ ਨਹੀਂ, ਗੁਰਮੰਤਰ ਵਾਹਿਗੁਰੂ ਹੀ ਹੈ। ਰਹਿਤਨਾਮੇ ਚ ਬਚਨ ਨੇ ਵਾਹਿਗੁਰੂ ਕੇ ਮੰਤਰ ਬਿਨ ਜਪੈ ਔਰ ਕੋਈ ਜਾਪ ਸੋ ਸਾਖਤ ਸਿੱਖ ਮੂਲ ਨੇ ਬਚਨ ਹੈ ਸ੍ਰੀ ਮੁਖਵਾ। ਇਹ ਜਿਹੜਾ ਵਾਹਿਗੁਰੂ ਨਾਮ ਹੈ ਇਹ ਬਾਣੀ ਦੇ ਵਿੱਚ ਦਰਜ ਹੈ। 17 ਵਾਰ ਆਇਆ ਸਵਈਆਂ ਦੇ ਵਿੱਚ ਵਾਹਿਗੁਰੂ 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 ਵਾਹਿ ਜੀਓ ਕਬਲ ਨੈਣ ਮਧੁਰ ਬੈਨ ਕੋੜ ਸੈਨ ਸੰਗ ਸੋਭ ਕਹਿ ਤੁਮਾਂ ਸੋਧ ਜਿਸ ਦਹੀਂ ਪਾਦ ਖਾਹੇ ਜੀਓ। ਇਹ 17 ਵਾਰ ਉਚਾਰਿਆ ਮਹਾਰਾਜ ਨੇ। ਕਿਉਂ? ਵਾਹਿਗੁਰੂ ਗੁਰਬਾਣੀ 'ਚ ਲਿਖਿਆ ਹੋਇਆ ਤਾਂ ਵਾਹਿਗੁਰੂ ਗੁਰਬਾਣੀ ਹੈ ਤੇ ਗੁਰਬਾਣੀ ਦੇ ਵਿੱਚ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਵਾਹਿਗੁਰੂ ਨਾਮ ਲਿਖਿਆ। ਇਹ ਨਾਮ ਜਪੋ, ਇਸ ਲਈ ਬਾਣੀ ਨਾਮ ਹੈ, ਨਾਮ ਗੁਰਬਾਣੀ ਹੈ। ਇਹ ਅਭੇਦਤਾ ਹੈ। ਜਦੋਂ ਦਿਲ ਕਰੇ ਉਦੋਂ ਗੁਰਬਾਣੀ ਪੜ੍ਹੀਏ, ਰੱਜ ਕੇ ਪੜ੍ਹੀਏ। ਤੇ ਜਦੋਂ ਕਈ ਵਾਰ ਸਰੀਰ ਥਕਾਵਟ ਮਹਿਸੂਸ ਕਰਦਾ, ਇਕੱਲੇ ਮੰਤਰ ਦਾ ਅਭਿਆਸ ਕਰਨ ਨੂੰ ਮਨ ਕਰੇ ਤਾਂ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਅਮਰ ਦੀ ਦਾਤ ਨਾਲ ਵਾਹਿਗੁਰੂ ਨਾਮ ਲੈ ਕੇ ਜਾਂ ਮੂਲ ਮੰਤਰ ਦੀ ਮਾਲਾ ਫੇਰੋ ਭਾਈ। ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਵੀ ਜੁਗਤੀ ਕਿਹੜੀ ਹੈ, ਕਿਸੇ ਤੋਂ ਇਹ ਪੁੱਛਣ ਦੀ ਲੋੜ ਨਹੀਂ ਵੀ ਨਾਮ ਜਿਹੜਾ ਹੈ ਗੁਰੂ ਘਰ ਵਿੱਚ ਉਤੇ ਸਿੱਧ ਸਾਨੂੰ ਪ੍ਰਾਪਤ ਹੈ। ਤੋ ਅੱਜ ਕੱਲ੍ਹ ਦੇ ਜਿਹੜੇ ਪ੍ਰਚਾਰਕ ਨੇ ਸਾਡੇ ਆਪਣੇ ਭਰਾ ਮਿਸ਼ਨਰੀ ਵਾਲੇ ਵੀ ਇੱਥੋਂ ਤੱਕ ਵੀ ਅਖੰਡ ਕੀਰਤਨੀ ਸੰਪਰਦਾਇ ਜਾਂ ਹੋਰ ਗੁਰਮੁਖ ਪਿਆਰੇ ਵੀ ਆਤਰਵਾਲੀ ਵਾਲੇ ਵੀ ਇਹ ਜ਼ੋਰ ਦਿੰਦੇ ਨੇ ਕਿ ਵਾਹਿਗੁਰੂ ਨਾਮ ਦਾ ਅਭਿਆਸ ਕਰੋ, ਕੇਵਲ ਨਾਮ ਦਾ ਅਭਿਆਸ ਕਰੋ। ਤੋ ਜਿਹੜੀ ਗੁਰਬਾਣੀ ਦਾ ਨਿਤਨੇਮ ਹੈ ਜਾਂ ਬਾਰ-ਬਾਰ ਬਾਣੀ ਪੜ੍ਹਨੀ ਹੈ, ਇਹ ਤਾਂ ਅਖੰਡ ਪਾਠਾਂ ਨੂੰ ਵੀ ਨਹੀਂ ਮੰਨਦੇ। ਜਿਹੜੇ ਕਈ ਗੁਰਮੁਖ ਨੇ ਸਹਿਜ ਪਾਠ ਬਾਰੇ ਵੀ ਜਾਂ ਬਾਰ-ਬਾਰ ਜਪਜੀ ਸਾਹਿਬ ਦੇ ਪਾਠ ਬਾਰੇ ਵੀ ਕਹਿੰਦੇ ਵੀ ਇਹ ਤਾਂ ਤੋਤੇ ਵਰਗੀ ਰੱਟ ਹੈ। ਮੈਂ ਹੈਰਾਨ ਉਹਨਾਂ ਲੋਕਾਂ ਦੇ ਕਿ ਉਹ ਕੀ ਕਰਨ ਆਏ ਨੇ ਗੁਰਦੁਆਰਾ ਸਾਹਿਬ ਤੇ ਬੋਲ ਕੀ ਰਹੇ ਨੇ, ਸੰਗਤ ਨੂੰ ਸਮਝਾ ਕੀ ਰਹੇ ਹਨ। ਇਹ ਗੱਲ ਸਹੀ ਹੈ ਕਿ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ, ਪਰ ਸਾਰੀ ਉਮਰ ਜਾਚ ਹੀ ਸਿੱਖਦੇ ਰਹਿਣਾ। ਦੱਸੋ ਮੇਰੀ ਉੱਤਰ ਦਿਓ, ਮੇਰੀ ਗੱਲ ਸੁਣੋ ਪਿਆਰ ਨਾਲ। ਇਹ ਜਾਚ ਕੀ ਸਿੱਖ ਰਹੇ ਆਪਾਂ? ਕੀ ਸਿੱਖਾਂਗੇ? ਜਾਚ ਤਾਂ ਇਹੀ ਹੈ ਵੀ ਭਜਨ ਕਰੋ, ਸਿਮਰਨ ਕਰੋ। ਗੁਰਬਾਣੀ ਦਾ ਪਾਠ ਵੀ ਤਾਂ ਭਜਨ ਹੀ ਹੈ। ਮੈਂ ਪਹਿਲੇ ਦਿਨ ਗੁਰਦੁਆਰੇ ਆਇਆ, ਗਿਆਨੀ ਜੰਗਵੀਰ ਸਿੰਘ ਜੀ ਸੱਚਖੰਡ ਹਜੂਰ ਸਾਹਿਬ ਕਥਾਵਾਚਕ ਨੇ। ਗਿਆਨੀ ਕੁਲਵੰਤ ਸਿੰਘ ਨਾਲ ਉਹਨਾਂ ਦੀ ਦੋਸਤੀ ਬੜੇ ਪਿਆਰ ਨਾਲ, ਅਮਰੀਕਾ ਦੇ ਸਿਟੀਜ਼ਨ ਹੋਣ ਦੇ ਬਾਵਜੂਦ ਵੀ ਉਹ ਕਥਾ ਕਰ ਰਹੇ ਨੇ ਤੇ ਉਹਨਾਂ ਦੇ ਪਿਆਰ ਦਾ ਸਦਕਾ ਉਹਨਾਂ ਮੈਨੂੰ ਸਮਝਾਇਆ। ਕਹਿੰਦੇ ਵੀ ਤੂੰ ਟਕਸਾਲ 'ਚ ਆਇਆ, ਤੂੰ ਆਪਣਾ ਹੀ ਕਰੀ ਜਾਂਦਾ। ਆਪਣਾ ਤਾਂ ਬੰਦਾ ਘਰ ਵੀ ਬਹਿ ਕੇ ਕਰ ਸਕਦਾ, ਗੁਰਦੁਆਰੇ ਤਾਂ ਬਾਣੀ ਪੜ੍ਹੋ ਭਾਈ, ਇੱਥੋਂ ਕੁਝ ਸਿੱਖੋ। ਟਕਸਾਲ ਨਾਮ ਹੀ ਸਿੱਖਣ ਦਾ। ਮੈਂ ਕਿਹਾ ਵੀ ਮੈਨੂੰ ਤਾਂ ਸਾਰਾ ਕੁਝ ਹੀ ਆਉਂਦਾ। ਆਪਾਂ ਕਹਿ ਹੀ ਦਿੰਦੇ ਹਾਂ ਅਖੰਡ ਪਾਠੀ ਤਾਂ ਆਪਾਂ ਪਹਿਲਾਂ ਹੀ ਹਾਂ ਤੇ 100 ਅੰਗ 2 ਘੰਟਿਆਂ 'ਚ ਕਰ ਦੇਈਦਾ। ਤਾਂ ਮੈਂ ਤਾਂ ਹੋਰ ਕੀ ਸਿਖਾਓਗੇ? ਕਹਿੰਦੇ ਨਹੀਂ ਬਈ, ਸਿੱਖਣਾ ਹੈ। ਸਿੱਖ ਦਾ ਮਤਲਬ ਹੈ ਸਿੱਖਣਾ। ਉਹਦੀ ਗੱਲ ਮੇਰੇ ਮਨ 'ਚ ਘਰ ਕਰ ਗਈ। ਮੈਂ ਗਿਆਨੀ ਜੀ ਕੋਲ ਗਿਆ, ਗਿਆਨੀ ਸੁਰਜੀਤ ਸਿੰਘ ਜੀ ਸੋਧੀ। ਮੈਂ ਕਿਹਾ ਜੀ ਮਹਾਂਪੁਰਖੋ ਕਿਰਪਾ ਕਰੋ, ਪੜ੍ਹਾਓ। ਕਹਿੰਦੇ ਪੜ੍ਹੋ।
ਇੱਕ ਹਫ਼ਤਾ ਉਹਨਾਂ ਮੈਨੂੰ ਮੂਲ ਮੰਤਰ ਤੋਂ ਗਾਂ ਨਹੀਂ ਜਾਣ ਦਿੱਤਾ। ਇੱਕ ਹਫ਼ਤਾ ਮੈਂ ਮੰਨ ਗਿਆ ਵੀ ਸੱਚਮੁੱਚ ਟਕਸਾਲ ਹੀ ਹੈ। ਔਰ ਉਹਦੇ ਤੋਂ ਬਾਅਦ ਕਹਿੰਦੇ ਪੜ੍ਹ ਜਿੰਨਾ ਮਰਜ਼ੀ ਲੈ, ਮੇਰੀ ਵੱਲੋਂ ਭਾਵੇਂ ਜਿੰਨੇ ਅੰਗ 100 ਅੰਗ ਕਰਦਾ, ਪਰ ਪੁੱਤ ਇੱਕ ਗੱਲ ਯਾਦ ਰੱਖਣੀ ਵੀ ਜੋ ਮੈਨੂੰ ਸੁਣਾਉਣਾ ਹੈ ਉਹਨੂੰ ਕਮਰੇ 'ਚ ਬੈਠ ਕੇ ਇਕੱਲੇ ਬੈਠ ਕੇ 10 ਵਾਰ ਪੜ੍ਹਨਾ। ਮੈਂ ਕਿਹਾ ਜੀ ਇਹਦਾ ਕੀ ਮਤਲਬ? ਬਾਣੀ ਤਾਂ ਆਉਂਦੀ ਹੋਈ ਆਪਾਂ ਨੂੰ, ਸਿਆਰੀਆਂ ਬੇਰੀਆਂ ਤੁਸੀਂ ਸਿਖਾ ਦਿੱਤੀਆਂ, ਸਮਝ ਆ ਗਈ, ਬਸ ਬਾਰ-ਬਾਰ ਦਾ ਮਤਲਬ ਕੀ ਹੋਇਆ? ਬਹਿ ਜਾ, ਧਿਆਨ ਨਾਲ ਸੁਣ। ਮਹਾਰਾਜ ਨੂੰ ਬੜਾ ਬਾਣੀ 'ਚ ਕੀ ਆਖਿਆ? ਮੈਂ ਕਿਹਾ ਜੀ ਦੱਸੋ। ਕਹਿੰਦੇ ਮਹਾਰਾਜ ਕਹਿੰਦੇ ਆਇਓ ਸੁਣਨ ਪੜ੍ਹਨ ਕੋ ਬਾਣੀ। ਕਦ ਨਹੀਂ ਆਇਆ ਤੂੰ ਘਰੋਂ? ਆਇਓ ਸੁਣਨ ਪੜ੍ਹਨ ਕੋ ਬਾਣੀ। ਤੇ ਹੋਰ ਦੱਸੋ ਕੀ ਕਰਨਾ ਆਪਾਂ? ਸੰਗਤਾਂ ਆਪਾਂ ਨੂੰ ਰੋਟੀਆਂ ਖਵਾਉਂਦੀਆਂ, ਦੇਸੀ ਘਿਓ ਦੀ ਦਾਲ ਤੇ ਚੋਪੜ ਕੇ ਪ੍ਰਸ਼ਾਦੇ, ਕੋਈ ਕੰਮ ਨਹੀਂ ਕਰਨਾ, ਵਿਹਲਿਆਂ ਨੂੰ। ਦੇਖੋ ਪੱਖਾ ਚੱਲਦਾ, ਨਹਾਉਣ ਧੋਣ ਸਭ ਸਹੂਲਤਾਂ, ਏਸੀ ਕਮਰਾ। ਇਹ ਗੁਰੂ ਦੀਆਂ ਪਿਆਰੀਆਂ ਸੰਗਤਾਂ ਸਾਡੇ ਤੇ ਪੈਸੇ ਖਰਚਦੀਆਂ ਕਿ ਗੁਰਦੁਆਰੇ ਰਹੋ, ਰੋਟੀਆਂ ਤੁਸੀਂ ਸਾਡੇ ਕੋਲੋਂ ਖਾਓ, ਭਾਵੇਂ ਗਜਾ ਕਰਕੇ ਜਾਂ ਸਿੱਧਾ ਦੁੱਧ ਪਾਣੀ ਆਪ ਲਿਆਉਂਦੀਆਂ। ਕਾਹਦੇ ਲਈ? ਗ੍ਰਸਤੀ ਬੰਦੇ ਤਾਂ ਆਪਣੇ ਬੱਚੇ ਪਾਲਦੇ, 8-8 ਘੰਟੇ ਡਿਊਟੀ ਕਰਕੇ ਵੀ ਗੁਰੂ ਗ੍ਰੰਥ ਸਾਹਿਬ ਦਾ ਘਰ 'ਚ ਪ੍ਰਕਾਸ਼ ਰੱਖ ਕੇ ਸਹਿਜ ਪਾਠ ਭੋਗ ਪਾਉਂਦੇ ਨੇ ਮਹੀਨੇ ਬਾਅਦ, ਤੇ ਤੁਹਾਨੂੰ ਸੰਗਤ ਮੁਕਤਤਾ ਖਵਾਲਦੀ ਹੈ। ਤੇ ਫਿਰ ਜੇ ਤੁਸੀਂ ਕੁਝ ਵਿਸ਼ੇਸ਼ ਨਾ ਕੀਤਾ, ਕੁਝ ਅਭਿਆਸ ਕਰਕੇ ਪੜ੍ਹਿਆ ਨਾ, ਤਾਂ ਫਿਰ ਫਾਇਦਾ ਕੀ ਹੋਇਆ ਗੁਰਦੁਆਰੇ ਆਉਣ ਦਾ? ਵਾਹਿਗੁਰੂ ਵਾਹਿਗੁਰੂ ਵੀ ਤਾਂ ਕਰਨਾ ਹੀ ਹੈ, ਭਜਨ ਵੀ ਤਾਂ ਕਰਨਾ ਹੀ ਹੈ। ਸਮਝ ਲਓ ਕਿ ਗੁਰਬਾਣੀ ਵਾਹਿਗੁਰੂ ਨਾਮ ਹੈ ਤੇ ਪਰਮਾਤਮਾ ਦਾ ਚਿੰਤਨ ਕਰ ਰਹੇ ਹਾਂ। ਪੜ੍ਹਾਈ ਨੂੰ ਇੱਕ ਪਾਸੇ ਰੱਖ ਦਿਓ, 10 ਵਾਰ ਇਹਨੂੰ ਪੜ੍ਹਨਾ, ਰੀਡ ਕਰਨਾ, ਤਾਂ ਕਿ ਇਹ ਜ਼ਬਾਨੀ ਯਾਦ ਹੋਣ ਦੀ ਤਰ੍ਹਾਂ ਰਸਨਾ ਦੇ ਚੜ੍ਹ ਜਾਏ। ਜੇ ਕੋਈ ਸਵਾਲ ਕਰੇ ਉਸੇ ਵਕਤ ਦੀ ਭਗਤੀ ਦਾ ਉੱਤਰ ਫੁਰਾਏ। ਇਸ ਵਾਸਤੇ ਕਿ ਗੁਰੂ ਮਹਾਰਾਜ ਦੀ ਮਰਿਆਦਾ ਹੈ, ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਅਭਿਆਸ ਵੀ ਜ਼ਰੂਰੀ ਕਰਨਾ ਚਾਹੀਦਾ। ਮੈਂ ਕਿਹਾ ਜੀ ਗੱਲ ਤੁਹਾਡੀ ਸਹੀ ਹੈ। ਇਸ ਵਾਸਤੇ ਜਿਹੜੀ ਗੁਰਬਾਣੀ ਹੈ, ਸੁਖਮਨੀ ਸਾਹਿਬ ਦਾ ਪਾਠ ਹੈ, ਜਪਜੀ ਸਾਹਿਬ ਦਾ ਪਾਠ ਹੈ, ਭਾਵੇਂ ਤਾਂ ਵਾਹਿਗੁਰੂ ਨਾਮ ਦੀਆਂ ਮਾਲਾ ਫੇਰੋ, 2 ਘੰਟਿਆਂ ਦੇ ਵਿੱਚ 80 ਜਾਂ 90 ਮਾਲਾ ਫਿਰ ਜਾਂਦੀਆਂ ਨੇ, 108 ਮੰਤਰਾਂ ਦੀ ਮਾਲਾ। ਤੇ ਭਾਵੇਂ ਮੂਲ ਮੰਤਰ ਦੀ ਮਾਲਾ ਫੇਰੋ, 2 ਘੰਟਿਆਂ ਦੇ ਵਿੱਚ 7 ਜਾਂ 8 ਮਾਲਾ ਸੌਖੀਆਂ ਮਿਲ ਜਾਂਦੀਆਂ ਨੇ। ਤੇ ਭਾਵੇਂ ਜਪਜੀ ਸਾਹਿਬ ਦੇ ਪਾਠ ਕਰੋ, 2 ਘੰਟਿਆਂ ਦੇ ਵਿੱਚ 8 ਪਾਠ ਸੌਖੇ ਹੋ ਜਾਂਦੇ ਨੇ, 15 ਮਿੰਟਾਂ 'ਚ ਇੱਕ ਪਾਠ। ਤੇ ਭਾਵੇਂ ਸੁਖਮਨੀ ਸਾਹਿਬ ਜੀ ਦੇ ਪਾਠ ਕਰੋ, 8 ਘੰਟਿਆਂ ਦੇ ਵਿੱਚ ਜੇ ਸੌਖੇ ਤਰੀਕੇ ਨਾਲ ਕਰੋ, ਬੜੇ ਆਰਾਮ ਨਾਲ ਤੇ 5 ਪਾਠ ਸੌਖੇ ਹੋ ਜਾਂਦੇ ਨੇ। ਤੇ ਵੈਸੇ ਵੀ 1.25 ਘੰਟੇ 'ਚ 2-2.5 ਘੰਟਿਆਂ 'ਚ 2 ਪਾਠ ਹੋ ਜਾਂਦੇ। ਉਹ ਇੰਜ ਜੋ ਤੁਹਾਡਾ ਮਨ ਕਰਦਾ ਉਹ ਕਰੋ, ਪਰ ਗੁਰਬਾਣੀ ਦਾ ਖੰਡਨ ਨਾ ਕਰੋ। ਜਿਸ ਬਾਣੀ ਨੇ ਸਾਨੂੰ ਸਭ ਕੁਝ ਸਿਖਾ ਲਿਆ, ਰਹਿਣੀ ਬਹਿਣੀ ਤੇ ਕਹਿਣੀ ਸਿਖਾਈ ਹੈ, ਇਸ ਬਾਣੀ ਦੀ ਬਦੌਲਤ ਹੀ ਸਾਨੂੰ ਬੋਲਣਾ ਆਇਆ, ਸੰਗਤਾਂ ਦੇ ਵਿੱਚ ਕਿਵੇਂ ਪੇਸ਼ਕਾਰੀ ਕਰਨੀ। ਜੇ ਆਪਾਂ ਬਾਣੀ ਨੂੰ ਛੱਡ ਬੈਠੀਏ ਤੇ ਆਖੀਏ ਵੀ ਵਾਹਿਗੁਰੂ ਵਿੱਚ ਹੀ ਸਾਰਾ ਕੁਛ ਹੈ, ਤੇ ਇਕੱਲੇ ਵਾਹਿਗੁਰੂ ਨੂੰ ਹੀ ਮਹਾਰਾਜ ਲਿਖ ਦਿੰਦੇ। 1430 ਅੰਗ ਲਿਖਣ ਦੀ ਕੀ ਲੋੜ ਪਈ ਸੀ? ਜੇ ਕੋਈ ਬੰਦਾ ਤੁਹਾਨੂੰ ਪੁੱਛਣ ਵਾਲਾ ਹੋਵੇ ਸਿੱਖਾਂ ਨੂੰ, ਤਾਂ ਕਿ ਜੀ ਸਾਨੂੰ ਪੜ੍ਹਨ ਦੀ ਲੋੜ ਨਹੀਂ, ਜੇ ਤੁਹਾਡੇ ਤੁਸੀਂ ਨਹੀਂ ਪੜ੍ਹੋਗੇ ਤੁਹਾਡੇ ਬੱਚੇ ਨਹੀਂ ਪੜ੍ਹਨਗੇ, ਨਾ ਫਿਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੌਣ ਕਰੂਗਾ ਭਾਈ? ਇਸ ਵਾਸਤੇ ਗੁਰਬਾਣੀ ਵੀ ਨਾਮ ਹੈ। ਕਦੀ ਵੀ ਇਹ ਪ੍ਰਚਾਰ ਨਾ ਕਰੋ, ਜਾਂ ਜਿਹੜਾ ਕਰਦਾ ਹੈ ਉਹਨੂੰ ਟੋਕੋ ਭਾਈ, ਗੁਰਬਾਣੀ ਤੋਂ ਸਾਨੂੰ ਸਾਰਾ ਕੁਝ ਮਿਲਿਆ ਹੈ। ਤੇ ਇਸ ਵਾਸਤੇ ਗੁਰਬਾਣੀ ਦੇ ਨਿਤਨੇਮ ਦਾ ਖੰਡਨ ਨਹੀਂ ਕਰਨਾ ਚਾਹੀਦਾ। ਇਹ ਤੋਤੇ ਵਰਗੀ ਰੱਟ ਨਹੀਂ ਹੈ। ਪੜ੍ਹ ਕੇ ਵੇਖੋ, ਡੇਲੀ ਜਪਜੀ ਸਾਹਿਬ ਦੇ 25 ਪਾਠ ਕਰਕੇ ਵੇਖੋ, ਤੇ 36 ਮਾਲਾ ਮੂਲ ਮੰਤਰ ਦੀਆਂ ਫੇਰ ਕੇ ਵੇਖੋ, 5 ਪਾਠ ਸੁਖਮਨੀ ਸਾਹਿਬ ਦੇ ਕਰਕੇ ਵੇਖੋ। 4 ਦਿਨਾਂ ਬਾਅਦ ਤੁਸੀਂ ਗੱਲ ਕਰਿਓ, ਆਪਣੇ ਆਪ ਹੀ ਅਵਸਥਾ ਚੇਂਜ ਹੋਏਗੀ। ਝਗੜਾ ਦਾ ਕੀ ਕਰਨਾ, ਕਿਸੇ ਨਾਲ ਬੋਲਣ ਨੂੰ ਦਿਲ ਨਹੀਂ ਕਰੇਗਾ। ਉਹ ਤਰਕਸ਼ੀਲ ਸੁਸਾਇਟੀ ਜਿਹੜੀ ਇੱਕ ਵਾਰ ਵੀ ਵਾਹਿਗੁਰੂ ਨਹੀਂ ਕਹਿੰਦੀ, ਉਹੀ ਝਗੜਿਆਂ ਦੇ ਵਿੱਚ, ਤਰਕਾਂ ਦੇ ਵਿੱਚ ਪੈਂਦੀ ਹੈ। ਆਪਾਂ ਨੇ ਤਰਕ ਨਹੀਂ ਉਠਾਉਣੀ, ਸ਼ਰਧਾ ਦੀ ਨੀਂਹ ਹੈ, ਸਿੱਖੀ ਦੀ ਨੀਂਹ ਸ਼ਰਧਾ ਹੈ।
ਸ਼ਰਧਾ ਦੇ ਉੱਪਰ ਹੀ ਸਿੱਖੀ ਦਾ ਮਹਾਨ ਉਸਰਿਆ। ਇਸ ਵਾਸਤੇ ਜਿਹੜੇ ਸੰਤ ਨੇ, ਜੇ ਤੁਸੀਂ ਸੱਚਮੁੱਚ ਹੀ ਸੰਤ ਬਣਨਾ ਹੈ ਤਾਂ ਸੰਤ ਜਿਹੜੇ ਨੇ ਵਾਹਿਗੁਰੂ ਦਾ ਨਾਮ ਸਿਮਰਦੇ ਨੇ, ਸਾਰਿਆਂ 'ਚ ਰਮਿਆ ਹੋਇਆ ਜਾਣਗੇ, ਪਾਪਾਂ ਦਾ ਨਾਸ਼ਕ ਹੈ। ਇੱਕ ਵਾਹਿਗੁਰੂ ਦੇ ਨਾਮ ਨੂੰ ਹੀ ਉਹ ਸੁਣਦੇ ਹਨ, ਉਹਨੂੰ ਹੀ ਜਪਦੇ ਨੇ, ਕਿ ਉਹ ਗੁਰਬਾਣੀ ਜੋ ਹੈ ਪ੍ਰਭੂ ਪਰਮਾਤਮਾ ਦਾ ਨਾਮ ਹੈ, ਇਹ ਪਾਪਾਂ ਦੀ ਨਾਸ਼ਕ ਹੈ। ਦੁਖ ਰੋਗ ਸੰਤਾਪ ਉਤਰ ਸੁਣੀ ਸੱਚੀ ਬਾਣੀ। ਸਿਮਰੰਤ ਸੰਤ ਸਰਬੱਤਰ ਰਮਣੰ। ਪਰਮੇਸ਼ਰ ਸਾਰੇ ਸੰਸਾਰ 'ਚ ਰਮਿਆ ਹੋਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ 10 ਪਾਤਸ਼ਾਹੀਆਂ ਦੀ ਜੋਤ ਹੈ। ਜਦ ਵੀ ਸਹਿਜ ਪਾਠ ਕਰੀਏ ਮਹਾਰਾਜ ਤੋਂ ਵੇਖ ਕੇ ਅੱਖਰ ਅੱਖਰ ਕਰੀਏ। ਅਖੰਡ ਪਾਠ ਸਾਹਿਬ ਗੁਰੂ ਸਾਹਿਬ ਦੇ ਨਾਲੇ ਤਾਂ ਦਰਸ਼ਨ ਨੇ, ਜੋਤ ਦੀ ਹਜ਼ੂਰੀ ਦੇ ਵਿੱਚ 10 ਪਾਤਸ਼ਾਹ ਦੀ ਨਿਗਾਹ ਸਾਡੇ ਤੇ ਪੈਣੀ ਹੈ। ਬਾਬੇ ਅਤਰਸੋਂ ਮਸਤੂਆਣ ਵਾਲਿਆਂ ਨੇ ਸਹਿਜ ਪਾਠ ਕਰਦੇ ਬ੍ਰਹਮ ਗਿਆਨ ਪਾਇਆ ਸੀਗਾ। ਬਾਬੇ ਗੁਰਬਚਨ ਸਿੰਘ ਨੇ 1.25 ਲੱਖ ਜਪਜੀ ਸਾਹਿਬ ਦੇ ਪਾਠ ਕਰਦਿਆਂ ਇੱਕ ਵਾਰ 84ਵਾਂ ਪਾਠ ਕਰ ਰਹੇ ਸੀ ਤਾਂ ਬ੍ਰਹਮ ਗਿਆਨ ਦੀ ਪ੍ਰਾਪਤੀ ਉਹਨਾਂ ਨੂੰ ਹੋਈ। ਗੋਪਾਲ ਆਏ ਸਾਡੇ ਮਹਾਂਪੁਰਖ ਜਿਨ੍ਹਾਂ ਦੀ ਸੰਗਤ ਚਰਨਾਂ ਦੀ ਮੌਜ ਮਾਣੀ, ਸੰਤ ਠਾਕਰ ਸਿੰਘ ਜੀ, ਉਹ 8 ਪਾਠ ਸੁਖਮਨੀ ਸਾਹਿਬ ਦੀ ਦਿਹਾੜੀ ਸੁਣ ਲੈਂਦੇ ਸੀ ਤੇ 5 ਗ੍ਰੰਥੀ ਦਾ ਨਿਤਨੇਮ, 24 ਸਾਹਿਬ ਦੇ ਪਾਠ ਤਾਂ 25 30 5 ਪਾਠ ਜਪਜੀ ਸਾਹਿਬ ਤੇ ਮੈਨੂੰ ਕਹਿੰਦੇ ਵੀ ਰੋਟੀ ਖਾ ਕੇ 5 ਪਾਠ ਕਰਿਆ ਕਰ। ਮੈਂ ਕਿਹਾ ਜੀ ਹੁੰਦੇ ਨਹੀਂ, ਕਿਉਂ ਬੇਨਤੀ ਹੈ ਵੀ ਆਪ ਤਾਂ ਕਰਨੇ ਔਖੇ ਨੇ, ਤੁਸੀਂ ਸੁਣ ਲਿਆ ਕਰੋ। ਕਹਿੰਦੇ ਠੀਕ ਹੈ, ਮੈਨੂੰ ਸੁਣਾ ਦਿਆ ਕਰ। ਨਾਭਾ ਸਾਹਿਬ ਪ੍ਰਸ਼ਾਦਾ ਛਕ ਕੇ ਤੇ ਮੈਂ ਕਿਹਾ ਵੀ ਸੁਣੋ, 5 ਪਾਠ ਸੁਣਦੇ ਰਹੇ। 5 ਪਾਠ ਤਾਂ ਆਮ ਹੀ ਉਹਨਾਂ ਦਾ ਨਿਯਮ ਸੀਗਾ, ਸੁਣ ਕੇ ਤੇ ਫਿਰ ਕੀਰਤਨ ਸੁਣਦਾ ਕਰਨਾ। ਤੋ ਇੰਜ ਉਹ ਮਹਾਂਪੁਰਖ ਖੱਟਰ ਪੈਰ ਦਿਨੇ ਰਾਤ ਬਾਣੀ ਪੜ੍ਹਦੇ ਤੇ ਸੁਣਦੇ, ਵੇਖ ਕੇ ਕਈ ਵਾਰ ਹੈਰਾਨ ਹੋ ਜਾਈਦਾ। ਸੁੱਤੇ ਪਿਆ ਬੰਦੇ ਦੇ ਕੋਲ ਕੋਈ ਰੌਲਾ ਪੈਂਦਾ ਹੋਵੇ, ਆਪਾਂ ਆਖੀਦਾ ਚੁੱਪ ਕਰ, ਪਰ ਨਾ ਕਹਿਣਾ ਕਿ ਮੇਰੇ ਕੰਨ ਲਾਗੇ ਬੋਲੋ। ਰਾਤ ਨੂੰ ਵੀ ਸੇਮ ਜਿਸ ਤਰ੍ਹਾਂ ਅਖੰਡ ਪਾਠ ਰੱਖੀਦਾ, ਇਸ ਤਰ੍ਹਾਂ ਰਾਤ ਨੂੰ ਵੀ ਕੰਨ ਦੇ ਕੋਲ ਬਾਣੀ ਸੁਣਦੇ। ਇੰਨਾ ਉਹਨਾਂ ਦਾ ਜੀਵਨ ਸੀਗਾ। ਇਹ ਸੰਤ ਦੀ ਅਵਸਥਾ ਹੈ। ਨਾਨਕ ਅਗਨ ਸਨ ਜਗਦੀਸ਼ਵਰ ਹੈ। ਤੁਸੀਂ ਸੱਚਮੁੱਚ ਹੀ ਪਾਪਾਂ ਨੂੰ ਨਾਸ਼ ਕਰਨਾ ਚਾਹੁੰਦੇ ਹੋ ਤੇ ਜਗਤ ਦਾ ਈਸ਼ਵਰ ਮਾਲਕ ਵਾਹਿਗੁਰੂ, ਉਹਦਾ ਨਾਮ, ਉਹਦੀ ਬਾਣੀ ਪਾਪਾਂ ਨੂੰ ਨਾਸ਼ ਕਰਨ ਵਾਲੀ ਹੈ। ਬਾਣੀ ਪੜ੍ਹਨ ਤੇ ਸੁਣਨ ਦਾ ਇਹ ਫਲ ਹੈ ਕਿ ਪਾਪ ਨਾਸ਼ ਹੁੰਦੇ ਨੇ, ਪੁੰਨ ਬਣਦੇ ਹਨ ਤੇ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ। ਵੇਖਣਾ ਸੁਣਨਾ ਸਨਾਵਨੋ। ਸੰਤਾਂ ਦੀ ਅਵਸਥਾ ਕੈਸੀ ਹੈ ਕਿ ਉਹ ਵਾਹਿਗੁਰੂ ਨੂੰ ਹੀ ਵੇਖਦੇ ਨੇ, ਵਾਹਿਗੁਰੂ ਦਾ ਨਾਮ ਹੀ ਸੁਣਦੇ ਨੇ, ਵਾਹਿਗੁਰੂ ਦਾ ਨਾਮ ਹੀ ਗਾਹ ਸੁਣਾਉਂਦੇ ਹਨ। ਤਰਤ ਪਾਤਾਲ ਆਕਾਸ਼ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਸੋ ਆਓ ਵਾਹਿਗੁਰੂ ਜੀ, ਬੈਠੋ ਵਾਹਿਗੁਰੂ ਜੀ, ਪ੍ਰਸ਼ਾਦਾ ਵਾਹਿਗੁਰੂ ਜੀ, ਪਾਣੀ ਵਾਹਿਗੁਰੂ ਜੀ। ਕਿਸੇ ਨੂੰ ਕੋਈ ਕਰਕੇ ਜਾਂ ਤੂੰ ਕਰਕੇ ਨਹੀਂ ਬੁਲਾਉਂਦੇ। ਵਾਹਿਗੁਰੂ ਨਾਮ ਦੇ ਨਾਲ ਹੀ ਛੋਟੇ ਨੂੰ ਵੀ ਵੱਡੇ ਨੂੰ ਵੀ ਨਾਲੇ ਦਾ ਨਾਮ ਵੀ ਆਖਿਆ ਜਾਂਦਾ, ਨਾਲੇ ਪਿਆਰ ਦੀ ਬੋਲੀ ਹੈ। ਮਨ ਮਹਿ ਦ੍ਰਿੜੀਆ ਸਾਚ। ਮਨ ਦੇ ਵਿੱਚ ਸੱਚੇ ਵਾਹਿਗੁਰੂ ਦਾ ਨਾਮ ਹੀ ਦ੍ਰਿੜ ਕਰਦੇ ਹਨ। ਇਸੇ ਤਰ੍ਹਾਂ ਤੁਹਾਨੂੰ ਵੀ ਬੇਨਤੀ ਹੈ। ਵੇਖਣਾ ਸੁਣਨਾ ਸਨਾਵਨੋ। ਅਨੁਭਵ ਰੂਪ ਨੇਤਰਾਂ ਦੇ ਨਾਲ ਵਾਹਿਗੁਰੂ ਦੇ ਦਰਸ਼ਨਾਂ ਨੂੰ ਵੇਖਣਾ ਕਰੀਏ ਤੇ ਉਸ ਵਾਹਿਗੁਰੂ ਦਾ ਨਾਮ ਸ਼ਬਦਾਂ ਤੇ ਵਿਸ਼ਵਾਸ ਰੋਟੀ ਕਰਨਾ ਨਾਲ ਸੁਣੀਏ ਤੇ ਪ੍ਰੀਤੀ ਰੂਪੀ ਜ਼ਬਾਨ ਨਾਲ ਗਾਂ ਸੁਣਾਉਣਾ ਕਰੀਏ। ਕਈ ਕਹਿੰਦੇ ਅਖੇ ਜੀ ਉਹਦੇ ਮਨ 'ਚ ਕੁਛ ਨਹੀਂ ਹੈ, ਉਹ ਤਾਂ ਉਹੀ ਗਾਲਾਂ ਕੱਢਦਾ। ਗਾਲ ਥੋੜ੍ਹੋ ਸਿੱਖ ਦੇ ਜ਼ਬਾਨ ਤੇ ਹੋਣੀ ਚਾਹੀਦੀ ਹੈ। ਗਾਜੀ ਕਹੋ ਸਤਨਾਮ ਸ੍ਰੀ ਵਾਹਿਗੁਰੂ, ਜਦ ਵੀ ਬੋਲੀਏ ਗਾਂ ਸੁਣਾਈਏ ਵੀ ਵਾਹਿਗੁਰੂ, ਕਿਉਂਕਿ ਅੰਦਰ ਕਮਾਣਾ ਸਰਪ੍ਰਭੂ ਜੋ ਢਿੱਡ 'ਚ ਉਹੀ ਜ਼ਬਾਨ ਤੇ ਹੁੰਦਾ। ਜੇ ਢਿੱਡ 'ਚ ਵਾਹਿਗੁਰੂ ਹੋਵੇਗਾ ਤਾਂ ਜ਼ਬਾਨ ਤੇ ਵੀ ਵਾਹਿਗੁਰੂ ਆਵੇਗਾ। ਮਨ ਮਹਿ ਦ੍ਰਿੜੀਆ ਸਾਚ। ਸੱਚੇ ਵਾਹਿਗੁਰੂ ਨੂੰ ਮਨ ਦੇ ਵਿੱਚ ਪੱਕਾ ਕਰੀਏ, ਇੰਨਾ ਪੱਕਾ ਕਰ ਲਈਏ ਵੀ ਸੁੱਤੇ ਪਿਆਂ ਵੀ ਸੁਣਦਾ ਰਹੇ। ਉਠਤ ਬੈਠਤ ਸੋਵਤ ਨਾ, ਕਹੋ ਨਾਨਕ ਜਨ ਕੈ ਸਦਕਾ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈ ਹੈ। ਜਨ ਨਾਨਕ ਗੁਰਮੁਖ ਕਰ ਰਹੀ ਹੈ। ਇੱਕ ਸਿੰਘ ਮੇਰੇ ਨਾਲ ਪਾਠ ਕਰਾਉਂਦਾ ਹੁੰਦਾ, ਸੁਰਿੰਦਰ ਸਿੰਘ ਸੋਹੀਆਂ ਵਾਲਾ, ਅਨੰਦਪੁਰ ਸਾਹਿਬ ਅਭਿਆਸ ਕਰ ਰਿਹਾ।
ਉਹਨੇ ਕਈ ਵਾਰ ਮੈਨੂੰ ਕਹਿਣਾ ਵੀ ਮੈਂ ਉੱਠਣਾ ਤੇ ਕਸ਼ਹਿਰਾ ਪਰਨਾ ਵੇਖਣਾ ਤਾਰ ਤੇ 3 ਵਜੇ ਅੰਮ੍ਰਿਤ ਵੇਲੇ। ਜੇ ਤਾਂ ਕਸ਼ਹਿਰਾ ਗਿੱਲਾ ਹੋਣਾ ਸਮਝਣਾ ਵੀ ਨਹੀਂ ਨਹਾਤਾ, ਜੇ ਗਿੱਲਾ ਹੋਣਾ ਸਮਝਣਾ ਨਹਾ ਲਿਆ, ਜੇ ਸੁੱਕਾ ਹੋਣਾ ਤਾਂ ਫੜ ਕੇ ਬਾਥਰੂਮ ਚਲੇ ਜਾਣਾ। ਮਤਲਬ ਸੁੱਤੇ ਪਿਆ ਹੀ ਪਤਾ ਹੀ ਨਹੀਂ ਲੱਗਣਾ ਵੀ ਕਿਉਂ ਜਾਪਣਾ ਵੀ ਇਸ਼ਨਾਨ ਵੀ ਕਰ ਲਿਆ, 5 ਬਾਣੀਆਂ ਵੀ ਪੜ੍ਹੀਆਂ, ਸਿਮਰਨ ਵੀ ਚੱਲ ਲਿਆ, ਤੇ ਸੁੱਤਿਆਂ ਤੇ ਜਾਗਦੇ ਇੱਕ ਰਸ ਅਵਸਥਾ, ਇਹ ਗੁਰਮੁਖਾਂ ਦੀ ਅਵਸਥਾ ਹੈ। ਇਸੇ ਪ੍ਰਕਾਰ ਵੇਖਣ ਸੁਣਨ ਸੁਨਾਵਨ। ਇਹ ਭਾਈ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਅੱਖਾਂ ਨਾਲ ਤੁਸੀਂ ਵਹਿੰਦੇ ਹੋ, ਅਕਾਲ ਆਸ਼ਰਮ ਆਈ ਹਸਪੀਟਲ ਜਾ ਕੇ ਵੇਖੋ, ਲੋਕ ਤਰਲੇ ਮਾਰਦੇ ਨੇ ਕਿ ਸਾਡੀ ਨਿਗਾਹ ਵਾਪਸ ਆ ਜਾਏ। ਇਹ ਮਹਾਰਾਜ ਦਾ ਗੋਡ ਗਿਫਟ ਜੇ, ਪੈਸੇ ਨਾਲ ਕੁਛ ਨਹੀਂ ਜੇ ਹੁੰਦਾ। ਜੇ ਤੁਹਾਨੂੰ ਰੱਬ ਨੇ ਅੱਖਾਂ ਦਿੱਤੀਆਂ ਨੇ, ਤੁਸੀਂ ਵਾਹਿਗੁਰੂ ਦੀ ਕਿਰਪਾ ਨਾਲ ਵੇਖ ਰਹੇ ਹੋ, ਤੇ ਘੱਟੋ ਘੱਟ ਇੱਕ ਟਾਈਮ ਨਹੀਂ ਤਾਂ 2 ਟਾਈਮ ਤਾਂ ਗੁਰੂ ਨੂੰ ਆ ਕੇ ਦੇਖੋ, ਬਈ ਸੰਗਤ ਦੇ ਦਰਸ਼ਨ ਕਰੋ। ਜੇ ਵਾਹਿਗੁਰੂ ਨੇ ਤੁਹਾਨੂੰ ਕੰਨ ਦਿੱਤੇ ਨੇ ਤੇ ਬਾਣੀ ਨੂੰ ਸੁਣੋ, ਕੀਰਤਨ ਸੁਣੋ। ਤੇ ਦੂਜੇ ਪਾਸੇ ਕਿਉਂ ਆਪਾਂ ਪਏ ਹੋਏ ਆ? ਜੇ ਰੱਬ ਨੇ ਜ਼ਬਾਨ ਦਿੱਤੀ ਹੈ ਤੇ ਨਿੰਦਿਆ ਚੁਗਲੀ ਕਿਉਂ ਭਲਾ ਸੁਣਾ ਰਹੇ ਹੋ? ਗਾਲੀ ਗਲੋਚ ਵਾਹਿਗੁਰੂ ਦਾ ਨਾਮ ਸੁਣਾਓ ਭਾਈ। ਇਹ ਮਹਾਰਾਜ ਦੇ ਅਰਥ ਨੇ ਬਾਣੀ ਦੇ। ਮਨ ਮਹਿ ਦ੍ਰਿੜਿਆ ਸਾਚਾ। ਸੱਚੇ ਸਰੂਪ ਨੂੰ ਮਨ ਹਿਰਦੇ ਦੇ ਵਿੱਚ ਦ੍ਰਿੜ ਕਰਕੇ ਵਸਾ ਕੇ ਰੱਖੀਏ। ਇਸੇ ਪ੍ਰਕਾਰ ਵੇਖਣ ਸੁਣਨ ਸੁਨਾਵਨ। ਕਦੀ ਨਾ ਸਮਝੋ ਕਿ ਸਾਨੂੰ ਕੋਈ ਨਹੀਂ ਵੇਖ ਰਿਹਾ। ਵਾਹਿਗੁਰੂ ਦ੍ਰਿਸ਼ਟਾ ਰੂਪ ਹੋ ਕੇ ਸਾਰਿਆਂ ਨੂੰ ਦੇਖ ਲਿਆ ਜੇ, ਸਾਰਿਆਂ ਦੀਆਂ ਗੱਲਾਂ ਗੁਪਤ ਰੂਪ ਹੋ ਕੇ ਸੁਣ ਲਿਆ ਜੇ, ਤੇ ਗਾਂ ਦੂਜਿਆਂ ਨੂੰ ਸੁਣਾਉਣ ਵਾਲਾ ਵੀ ਉਹੀ ਹੈ। ਮਨ ਮਹਿ ਦ੍ਰਿੜਿਆ ਸਾਚਾ। ਜੋ ਸਾਡੇ ਮਨ 'ਚ ਫੁਰਨੇ ਸਵਾਲ ਉੱਠਦੇ ਨੇ, ਉਹਨਾਂ ਦਾ ਪੁੱਤਰ ਵੀ ਆਪ ਦਿੰਦਾ। ਉਹ ਸੱਚ ਸਰੂਪ ਪਰਮੇਸ਼ਰ ਨੂੰ ਹਿਰਦੇ 'ਚ ਵਸਾਉਣਾ ਕਰੀਏ। ਟਾਈਮ ਮੇਰਾ ਕਾਫੀ ਤੇ ਹੋ ਗਿਆ, ਹੁਣ ਆਪਾਂ ਸ਼ਬਦ ਦਾ ਭੋਗ ਪਾਈਏ। ਪੂਰਨਿਓ ਸਰਬਤਰ ਮੈਂ। ਉਹ ਵਾਹਿਗੁਰੂ ਮੁੱਖ ਦੀ ਗੱਲ ਇਹ ਹੈ ਕਿ ਸਾਰਿਆਂ 'ਚ ਪਰਿਪੂਰਨ ਹੋ ਕੇ ਮਿਲ ਰਿਹਾ ਹੈ। ਨਾਨਕ ਹਰ ਰੰਗ ਰਾਚ। ਇਸ ਕਿਸਮ ਦਾ ਨਿਸ਼ਚਾ ਕਰਕੇ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਰਚੇ ਰਹੋ, ਤਦਾਕਾਰ ਹੋਏ ਰਹੋ। ਪਤਾ ਨਹੀਂ ਕਦੋਂ ਰੱਬ ਦਾ ਬੁਲਾਵਾ ਆ ਜਾਣਾ। ਇਹ ਸੰਸਾਰ ਦਾ ਬਾਗ ਹਮੇਸ਼ਾ ਖੜਿਆ ਨਹੀਂ ਜੇ ਰਹਿਣਾ ਸਾਡੇ ਲਈ। ਇੱਕ ਨਾ ਇੱਕ ਦਿਨ ਆਪਾਂ ਮੁਰਝਾ ਜਾਣਾ ਹੈ। ਪੌੜੀ। ਪੰਜਵੇਂ ਪਾਤਸ਼ਾਹ ਸਮਝ ਲਓ ਕਿ ਇਹਨਾਂ ਸ਼ਲੋਕਾਂ ਦੀ ਆਪ ਕਥਾ ਕਰਕੇ ਤੁਹਾਨੂੰ ਸੁਣਾ ਰਹੇ ਨੇ। ਹਰੇ ਗਣ ਰੰਜਨ ਗਾਈਐ। ਮੁੱਖ ਦੀ ਗੱਲ ਇਹ ਜੇ ਵੀ ਇੱਕ ਨਿਰੰਜਨ ਵਾਹਿਗੁਰੂ, ਮਾਇਆ ਮਾਲ ਤੋਂ ਰਹਿਤ ਵਾਹਿਗੁਰੂ ਨੂੰ ਗਾਓ ਭਾਈ ਰਸਨਾ ਦੇ ਨਾਲ। ਸਭ ਅੰਤਰ ਸੋਈ। ਸਾਰਿਆਂ ਦੇ ਵਿੱਚ ਉਹੀ ਵਸ ਰਿਹਾ ਹੈ। ਸਿੱਖਾਂ ਦੇ ਵਿੱਚ ਤਾਂ ਜ਼ਰੂਰ ਰੱਬ ਨੂੰ ਤੁਸੀਂ ਵੇਖੋ। ਕਰਨ ਕਾਰਨ ਸਮਰਥ ਪ੍ਰਭ। ਸਾਰੇ ਕਾਰਨਾਂ ਕਾਰਜਾਂ ਨੂੰ ਕਰਨ ਦੇ ਉਹੀ ਸਮਰੱਥ ਪ੍ਰਭੂ ਸ਼ਕਤੀਮਾਨ ਹੈ। ਜੋ ਕਰੇ ਸੋ ਹੋਈ। ਜੋ ਕੁਝ ਕਰਦਾ ਸੀ, ਹੁੰਦਾ ਸੀ, ਕਰਦਾ ਹੈ, ਹੁੰਦਾ ਹੈ, ਕਰੇਗਾ ਸੋ ਹੋਵੇਗਾ। ਖੈਨ ਮਾਹੈ ਥਾਪਿ ਥਾਪਦਾ। ਇੱਕ ਖਿੰਚੀ ਬੱਚੇ ਦਾ ਜਨਮ ਹੋ ਜਾਂਦਾ, ਦੂਜੀ ਖਿੰਚੀ ਬਜ਼ੁਰਗ ਚੜ੍ਹਾਈ ਕਰ ਜਾਂਦੇ ਨੇ। ਤਿਸ ਬਿਨ ਨਹੀਂ ਕੋਈ। ਇੱਕ ਪਾਸੇ ਬਜ਼ੁਰਗ ਚੜ੍ਹਾਈ ਕਰ ਜਾਂਦਾ, ਦੂਜੇ ਪਾਸੇ ਬੱਚੇ ਦਾ ਜਨਮ ਹੋ ਜਾਂਦਾ। ਉਸ ਵਾਹਿਗੁਰੂ ਤੋਂ ਬਗੈਰ ਕੋਈ ਨਹੀਂ ਹੈ। ਕੋਈ ਜੰਮ ਰਿਹਾ, ਕੋਈ ਮਰ ਰਿਹਾ। ਖੰਡ ਬ੍ਰਹਮੰਡ ਪਾਤਾਲ ਦੀਪ। ਖੰਡ ਜੋ 9 ਖੰਡਾਂ ਦੀ ਧਰਤੀ ਹੈ, ਬ੍ਰਹਮੰਡ ਟੋਟਲੀ ਸਾਰਾ, ਪਾਤਾਲ ਤੇ ਸਤਦੀਪ। ਰਵਿਆ ਸਭ ਲੋਈ। 3 ਲੋਕ ਨੇ, ਸਭਨਾ ਲੋਕਾਂ ਦੇ ਵੇਜਾਂ 14 ਲੋਕ ਨੇ, 7 ਤਬਕ ਸਭਨਾ ਚੋਂ ਹੀ ਰਮਿਆ ਮਿਲਿਆ ਹੋਇਆ ਹੈ। ਜੈਸਾ ਆਪ ਬਜਾਏ ਸੋ ਬੁਝਸੀ। ਸਤਿਗੁਰਾਂ ਦੁਆਰਾ ਪਰਮੇਸ਼ਰ ਆਪਣਾ ਸਰੂਪ ਸਮਝਾ ਦਿੰਦਾ, ਉਹੀ ਸਮਝਦਾ ਹੈ। ਨਿਰਮਲ ਜਨ ਸੋਈ। ਉਹੀ ਪੁਰਸ਼ ਨਿਰਮਲ ਹੈ, ਉਜਲ ਹੈ। ਇੱਥੇ ਸਾਧ ਸੰਗਤ ਔਰ ਮਤ ਵਾਲਾ ਸ਼ਲੋਕ ਮਹੱਲੇ ਪੌੜੀ ਸਮੇਤ ਸੰਪੂਰਨ ਹੋਇਆ ਹੈ। ਹੋਰ ਚੁਕਮਾਲ ਕਰਨੀ ਜੀ ਅੱਗੇ ਸਮਤ ਬਖਸ਼ਣੇ। ਖੰਡ ਬ੍ਰਹਮੰਡ ਪਾਤਾਲ ਦੀਪ। ਰਵਿਆ ਸਭ ਲੋਈ। ਜਿਸ ਆਪ ਬਜਾਏ ਸੋ ਬੁਝਸੀ।
ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ